ਲਓ ਜੀ, ਇਹ ਹੁਣ 12ਵੀਂ ਕਿਸ਼ਤ ਹੈ ਮੇਰੀ ਖੁਦ ਨਵਿਸ਼ ਦੀ। ਔਰ ਪਿਛਲੀ ਕਿਸ਼ਤ ਦੇ ਵਿੱਚ ਆਖਰੀ ਕੋਈ 5 ਮਿੰਟ ਜਿਹੜੇ ਨਾ ਮੈਂ ਰਿਕਾਰਡ ਕੀਤੇ ਸਨ ਕਿ ਮੈਂ ਗੋਜਰੇ ਤੋਂ ਕਰਾਚੀ ਦਾ ਸਫ਼ਰ ਤੈਅ ਕੀਤਾ ਸ਼ਾਹੀਨ ਐਕਸਪ੍ਰੈਸ ਤੇ। ਇਹ ਚੂੰਕਿ ਜ਼ਰਾਏ ਆਮਦੋਰਫਤ ਦੀ ਗੱਲ ਹੈ, ਕਮਿਊਨੀਕੇਸ਼ਨ ਦੀ ਗੱਲ ਹੈ, ਔਰ ਮਕਸਦ ਇਹ ਹੈ ਕਿ ਰਿਵਿਊ ਆਫ ਲਿਟਰੇਚਰ ਤੇ ਕਦੀ ਅਸੀਂ ਕਿੱਥੇ ਖਲੋਤੇ ਸਾਂ ਕਮਿਊਨੀਕੇਸ਼ਨ ਦੇ ਹਵਾਲੇ ਨਾਲ, ਔਰ ਅੱਜ ਅਸੀਂ ਕਿੱਥੇ ਖਲੋਤੇ ਹਾਂ। ਇਹ ਰਿਵਿਊ ਆਫ ਲਿਟਰੇਚਰ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ ਉਹਨਾਂ ਲੋਕਾਂ ਵਾਸਤੇ, ਉਹਨਾਂ ਬੱਚਿਆਂ ਵਾਸਤੇ, ਉਸ ਪੌਦ ਵਾਸਤੇ ਜਿਨ੍ਹਾਂ ਨੇ ਉਹ ਵਕਤ ਵੇਖੇ ਨਹੀਂ। ਤੇ ਮੈਂ ਤੁਹਾਨੂੰ ਅਰਜ਼ ਕੀਤਾ ਸੀ ਕਿ ਪਿੰਡ ਤੋਂ ਗੋਜਰੇ ਆਏ ਸਾਈਕਲ ਤੇ ਸਾਈਕਲ ਦੇ ਪਿੱਛੇ ਕੈਰੀਅਰ ਸੀ ਤੇ ਕੈਰੀਅਰ ਤੇ ਮੈਂ ਬੈਠਾ ਸਾਂ। ਉਮਰ ਮੇਰੀ ਉਦੋਂ ਤਕਰੀਬਨ 10 ਸਾਲ ਸੀ ਔਰ ਅੱਬਾ ਜੀ ਸਾਈਕਲ ਚਲਾਉਂਦੇ ਸਨ। ਗੋਜਰਾ ਸਾਡੇ ਤੋਂ ਕੋਈ 15-20 ਕਿਲੋਮੀਟਰ ਪਿੰਡ ਤੋਂ ਦੂਰ ਸੀ। ਤੇ ਨਾਲ ਜਿਹੜੇ ਸਾਡੇ ਪਿੰਡ ਦੇ ਚਾਚਾ ਜੀ ਲਤੀਫ ਨਾਈ ਸਨ, ਉਹਨਾਂ ਨੇ ਸੰਦੂਕ ਇੱਕ ਛੋਟਾ ਜਿਹਾ ਜਿਸਤੀ ਜਿਹਾ ਜਿਹੜਾ ਹੁੰਦਾ ਉਹਦੇ ਚ ਮੇਰਾ ਸਮਾਨ ਸੀ, ਉਹ ਜਿਹੜਾ ਉਹ ਚੁੱਕਿਆ ਸੀ। ਤੇ ਉਹ ਵੀ ਬੜੇ ਤੇਜ਼ ਪੈਦਲ ਚੱਲਦੇ ਹੁੰਦੇ ਸਨ। ਬਾਰਲਾ ਅਸੀਂ ਇੱਕੋ ਟਾਈਮ ਤੇ ਤਕਰੀਬਨ ਗੋਜਰੇ ਸਟੇਸ਼ਨ ਤੇ ਪਹੁੰਚ ਗਏ। ਤੇ ਗੋਜਰੇ ਸਟੇਸ਼ਨ ਤੇ ਪਹੁੰਚ ਕੇ ਤੇ ਕੁੱਲੀ ਨਾਲ ਕੀਤੀ ਗੱਲ ਅੱਬਾ ਜੀ ਨੇ, ਤੇ ਉਹਨੇ ਆਖਿਆ ਜੀ ਆਓ ਜੀ ਚੌਧਰੀ ਸਾਹਿਬ, ਤੁਹਾਨੂੰ ਸੀਟ ਮੈਂ ਲੈ ਦਿੰਦਾ ਹੁੰਨਾ। ਇਹ ਹੁੰਦਾ ਇਸ ਤਰ੍ਹਾਂ ਸੀ ਕਿ ਪਿੱਛੋਂ ਸੀਟਾਂ ਕੋ ਖਾਲੀ ਆਉਂਦੀਆਂ ਹੁੰਦੀਆਂ ਸਨ, ਜਿਹੜੀਆਂ ਕਿ ਜੀ ਗੋਜਰੇ ਵਾਲਿਆਂ ਨੇ ਬੁੱਕ ਕਰਾਈਆਂ ਜਾਂ ਅੱਗੋਂ ਟੋਬਾ ਟੇਕ ਸਿੰਘ ਵਾਲਿਆਂ ਨੇ। ਇਸ ਤਰ੍ਹਾਂ ਕੁਝ ਹਰ ਜਿਹੜਾ ਸਟੇਸ਼ਨ ਸੀ ਨਾ, ਉਹਦੀਆਂ ਸੀਟਾਂ ਮੁਖਤਸ ਹੁੰਦੀਆਂ ਸਨ ਤੇ ਕਈ ਵਾਰੀ ਸੀਟਾਂ ਬਚ ਜਾਂਦੀਆਂ ਸਨ ਔਰ ਰਿਜ਼ਰਵੇਸ਼ਨ ਉਹਨਾਂ ਦੀ ਪਹਿਲੋਂ ਨਹੀਂ ਸੀ ਹੁੰਦੀ। ਤੇ ਉਹ ਰਿਜ਼ਰਵੇਸ਼ਨ ਜਿਨ੍ਹਾਂ ਦੀ ਨਹੀਂ ਸੀ ਹੁੰਦੀ, ਉੱਥੇ ਫਿਰ ਕੁੱਲੀ ਜਿਹੜਾ ਨਾ ਉਹ 2-4 ਰੁਪਏ, 2 ਰੁਪਏ, 3 ਰੁਪਏ, 4 ਰੁਪਏ ਸੀਟ ਦੇ ਉਹਨਾਂ ਲੈਣੇ। ਤੇ ਗੱਡੀ ਦੇ ਵਿੱਚ ਤੁਹਾਨੂੰ ਪਤਾ, ਰੇਲ ਗੱਡੀ ਦੇ ਵਿੱਚ ਦੋ ਕਿਸਮ ਦੀਆਂ ਸੀਟਾਂ ਉਦੋਂ ਹੁੰਦੀਆਂ ਸਨ। ਇੱਕ ਸੀਟ ਹੁੰਦੀ ਸੀ ਬਹਿਣ ਵਾਲੀ ਤੇ ਇੱਕ ਹੁੰਦੀ ਸੀ ਬਰਥ, ਜਿੱਥੇ ਰਾਤ ਨੂੰ ਬੰਦਾ ਸੌਂ ਲੈਂਦਾ ਸੀ। ਆਪਣੀ ਹਸੀਅਤ ਦੇ ਮੁਤਾਬਕ ਲੋਕੀ ਜਿਹੜੇ ਨੇ ਉਹ ਬੁੱਕ ਕਰਾ ਲੈਂਦੇ ਸਨ, ਜਾਂ ਸੀਟ ਤੇ ਜਾਂ ਬਰਥ ਬੁੱਕ ਕਰਾ ਲੈਂਦੇ ਸਨ। ਤੇ ਉਹ ਅਸੀਂ ਜ਼ਾਹਿਰ ਬੁਕਿੰਗ ਤੇ ਕੋਈ ਨਹੀਂ ਸੀ ਕਰਾਈ, ਲੇਕਿਨ ਉਹ ਕੁੱਲੀ ਨੂੰ ਕੋਈ 2-4 ਰੁਪਏ ਦਿੱਤੇ ਉਦੋਂ ਬਜ਼ੁਰਗਾਂ ਨੇ, ਤੇ ਉਹ ਮੈਨੂੰ ਉਹਨਾਂ ਨੇ ਸੀਟ ਦੇ ਦਿੱਤੀ। ਤੇ ਮੈਂ ਉਹਨਾਂ ਨੂੰ ਆਖਿਆ ਵੀ ਇਹ ਸੀਟ ਬੜੀ ਵਧੀਆ ਹੈ, ਮੈਨੂੰ ਉਹ ਦਿਓ ਜਿਹੜੀ ਬਾਰੀ ਵਾਲੀ ਹੈ ਨਾ। ਹਾਲਾਂ ਮੈਂ ਛੋਟਾ ਸਾਂ, ਲੇਕਿਨ ਮੈਂ ਅਰਜ਼ ਕੀਤਾ ਕਿ ਬੜਾ ਇਨਕੁਇਜ਼ਿਟਿਵ ਸਾਂ, ਮੈਂ ਬੜਾ ਐਕਸਾਈਟਿਡ ਸਾਂ, ਹਾਲਾਂਕਿ ਬੱਚਾ ਸਾਂ ਮੈਂ, ਲੇਕਿਨ ਬਹੁਤ ਕੋਈ ਮੇਰਾ ਜੀ ਕਰਦਾ ਸੀ ਇਹ ਗੱਡੀ ਹੈ, ਇਹ ਰੇਲ ਗੱਡੀ ਹੈ। ਖੈਰ, ਪਹਿਲੀ ਗੱਲ ਤੇ ਕਿ ਮੈਂ ਗੋਜਰੇ ਹੀ ਪਹਿਲੀ ਵਾਰੀ ਆਇਆ ਸਾਂ, ਬਲਕਿ ਕਿਸੇ ਵੀ ਸ਼ਹਿਰ 'ਚ ਪਹਿਲੇ 10 ਸਾਲ ਦੀ ਉਮਰ ਵਿੱਚ ਅਗਰ ਮੈਂ ਆਇਆ ਤੇ ਉਹ ਗੋਜਰਾ ਹੀ ਸੀ। ਔਰ ਗੋਜਰੇ ਆ ਕੇ ਤੇ ਬਾਕੀ ਤੇ ਗੁਜ਼ਾਰਾ ਸਾਰਾ ਪਿੰਡਾਂ 'ਚ ਹੋ ਜਾਂਦਾ ਹੁੰਦੀ, ਜੁੱਤੀ ਤੋਂ ਲੈ ਕੇ ਕੱਪੜਿਆਂ ਤੱਕ। ਬਜਾਜੀ ਵਾਲਾ ਵੀ ਪਿੰਡ ਆ ਜਾਂਦਾ ਹੁੰਦਾ ਸੀ। ਜੁੱਤੀਆਂ ਜਿਹੜੀਆਂ ਨੇ ਪਿੰਡ ਜਿਹੜਾ ਉਹ ਸਾਡੇ ਜਿਹੜੇ ਮੋਚੀ ਨੇ ਉਹ ਸੀ ਦਿੰਦੇ ਹੁੰਦੇ ਸਨ, ਅੱਲਾ ਬਖਸ਼ੇ ਬਾਬਾ ਫਰੋਜ਼ ਮੋਚੀ। ਤੇ ਇਸੇ ਤਰ੍ਹਾਂ ਬੱਗਿਆਂ ਕੰਨਾਂ ਵਾਲੇ ਜਿਹੜੇ ਨੇ ਮਸ਼ਹੂਰ ਹੁੰਦੇ ਸਨ ਮੋਚੀ ਸਾਡੇ, ਉਹ ਸੀਸੂ ਦਿੰਦੇ ਹਨ ਤੇ ਅਸੀਂ ਉਹ ਹੀ ਪਾ ਪੂ ਕੇ ਤੇ ਵਕਤ ਜਿਹੜਾ ਕੱਢ ਲਈਦਾ ਹੁੰਦਾ ਸੀ। ਫਿਰ ਇਸੇ ਤਰ੍ਹਾਂ ਜਿਹੜੇ ਦਰਜੀ ਹੁੰਦੇ ਹਨ ਉਹ ਵੀ ਪਿੰਡਾਂ 'ਚ ਹੁੰਦੇ ਸਨ, ਤੇ ਉਹ ਸੀਨ ਦਿੰਦੇ ਹਨ ਕੱਪੜੇ ਛੱਪੜੇ ਜਿਹੜੇ ਵੀ ਸਾਨੂੰ ਜ਼ਰੂਰਤ ਦੇ ਮੁਤਾਬਕ ਹੁੰਦੇ ਹਨ। ਆ ਕੇ ਤੇ ਸੀਟ ਤੇ ਬਹਿ ਗਏ। ਤੇ ਅੱਬਾ ਜੀ ਨੇ, ਕਿਉਂਕਿ ਗੱਡੀ ਤੇ ਖਲੋਂਦੀ ਹੈ 5-4 ਮਿੰਟ ਹੀ ਖਲੋਂਦੀ ਹੈ ਉਹ ਜਿਹੇ ਸਟੇਸ਼ਨਾਂ ਤੇ, ਅੱਬਾ ਜੀ ਨੇ ਅੱਲਾ ਦੀ ਸਪੁਰਦ ਕੀਤੀ। ਤੇ ਜ਼ਾਹਿਰ ਹੈ ਦਿਲ ਬੜਾ ਭਾਰੀ ਸੀ ਉਹਨਾਂ ਦੀ, ਅੱਖਾਂ ਤੋਂ ਅੰਦਾਜ਼ਾ ਹੋਣ ਡਿਆ ਸੀ ਅੱਖਾਂ ਭਾਰੀਆਂ ਸਨ। ਔਲਾਦ ਨੂੰ ਕਿਹੜਾ ਵੱਖਰਿਆਂ ਕਰਨਾ ਕੋਈ ਸੌਖਾ ਹੁੰਦਾ, ਖਾਸ ਤੌਰ ਤੇ ਬਿਲਕੁਲ ਬਲਾਈਂਡ ਵੇਖ ਕੇ ਜੀ। ਉਹ 1000-1200 ਕਿਲੋਮੀਟਰ ਦਾ ਸਫ਼ਰ ਹੈ, 24 ਘੰਟੇ ਦਾ ਕਮੋ ਬਈ ਸਫ਼ਰ ਹੈ। ਉਹਦੇ ਚ ਨਾ ਕੋਈ ਜਾਣ ਨਾ ਕੋਈ ਪਛਾਣ। ਤੇ ਜਿਹੜੇ ਮੇਰੇ ਨਾਲ ਬਾਬਾ ਜੀ ਬੈਠੇ ਸਨ, ਹੋਰ ਕੋਈ ਪਿੱਛੋਂ ਆਏ ਸਨ ਲੈਲਪੁਰੋਂ, ਉਹਨਾਂ ਨੂੰ ਦੇ ਸਪੁਰਦ ਕਰਕੇ ਤੇ ਅੱਲਾ ਦੀ ਸਪੁਰਦ ਕਰਕੇ ਤੇ ਅੱਬਾ ਜੀ ਚਲੇ ਗਏ। ਤੇ ਮੈਂ ਹੁਣ ਬਾਰੀ ਦੇ ਵਿੱਚ ਬੈਠਾ ਤੇ ਬਾਹਰ ਗੱਡੀ ਚੱਲ ਪਈ ਏ। ਗੱਡੀ ਚੱਲਣ ਦੇ ਵਿੱਚ ਜਿਹੜਾ ਥੋੜਾ ਜਿਹਾ ਮੈਂ ਧੌਣ ਬਾਹਰ ਕੱਢੀ, ਤੋਂ ਬਾਬਾ ਜੀ ਮੈਨੂੰ ਆਂਦੇ ਨੇ ਕਿ ਪੁੱਤਰ ਬਾਹਰ ਸਿਰਫ ਵੇਖਣਾ, ਬਾਹਰ ਧੌਣ ਨਹੀਂ ਕੱਢਣੀ ਤੇ ਨਾ ਹੀ ਬਾਹਰ ਆਪਣੀ ਬਾਹ ਕੱਢਣੀ ਹੈ, ਇਸ ਵਾਸਤੇ ਕਿ ਇਹਦੇ ਨਾਲ ਜਿਹੜਾ ਨੁਕਸਾਨ ਹੋਣ ਦਾ ਜਿਹੜਾ ਉਹ ਅੰਦੇਸ਼ਾ ਹੁੰਦਾ ਹੈ। ਖੈਰ, ਉਹ ਮੈਂ ਜਿਸ ਵੇਲੇ ਮੈਨੂੰ ਆਵਾਜ਼ ਆਈ ਵੀ ਵਿਸਲ ਹੋਈ, ਵਿਸਲ ਦੇ ਨਾਲ ਹੀ ਜਿਹੜਾ ਨਾ ਉਹ ਪਤਾ ਲੱਗਾ ਜੀ ਕਿ ਪਿੱਛੋਂ ਉਹ ਜਿਹੜੇ ਹੁੰਦੇ ਨੇ ਗਾਰਡ ਜੇ ਜਿਹੜੇ ਹੁੰਦੇ ਨੇ, ਉਹਨਾਂ ਨੇ ਹਰੀ ਝੰਡੀ ਦਿੱਤੀ। ਉਹ ਹੱਥ 'ਚ ਹੁੰਦੀ ਸੀ ਹਰੀ ਝੰਡੀ ਜਾਂ ਲਾਲ ਝੰਡੀ, ਤੇ ਉਹ ਡਰਾਈਵਰ ਨੂੰ ਨਾ ਰੇਲ ਗੱਡੀ ਦੇ ਉਹਨੂੰ ਪਤਾ ਲੱਗ ਜਾਂਦਾ ਸੀ। ਪੌਂ ਪੌਂ ਦਾ ਉਹ ਹਾਰਨ ਹੋਇਆ। ਅੱਜ ਵੀ ਇਹੋ ਜਿਹੀ ਹਾਰਨ ਨੇ, ਕੋਈ ਬਹੁਤ ਤਬਦੀਲੀ ਨਹੀਂ ਆਈ ਉਹਨਾਂ ਹਾਰਨਾਂ 'ਚ।
ਉਹਦੇ ਚ ਬਹਿ ਗਏ ਤੇ ਅਸੀਂ ਜਿਹੜਾ ਟ੍ਰੇਨ ਜਿਹੜੀ ਆਪਣੇ ਸਫ਼ਰ ਵੱਲ ਰਵਾਨਾ ਹੋ ਗਈ। ਯਾਦ ਰਹੇ ਕਿ ਇਹ ਜਿਹੜਾ ਰੇਲਵੇ ਦਾ ਨਿਜ਼ਾਮ ਹੈ, ਸਲਾਮ ਪੇਸ਼ ਕਰਨਾ ਪਏਗਾ ਸਾਨੂੰ, ਔਰ ਸਾਨੂੰ ਮੋਹਸਨ ਮੰਨਣਾ ਪਏਗਾ ਕਿ ਅੰਗਰੇਜ਼ ਸਾਡੇ ਮੋਹਸਨ ਸਨ। ਅਸੀਂ ਜਿਨ ਤਾਰੀਖ ਦਰੁਸਤ ਨਹੀਂ ਕਰਦੇ, ਜਿੰਨੀ ਦੇਰ ਉਹਨਾਂ ਨੂੰ ਗਾਲਾਂ ਹੀ ਕੱਢੀ ਜਾਂਦੇ ਆ, ਗਾਲਾਂ ਹੀ ਕੱਢੀ ਜਾਂਦੇ ਆ ਵੀ ਉਹ ਸਾਡੇ ਇੱਥੇ ਉਹਨਾਂ ਕਬਜ਼ਾ ਕਰ ਲਿਆ ਤੇ ਇਹ ਕਰ ਲਿਆ। ਅੱਜ ਵੀ ਮੈਂ ਅੱਗੇ ਵੀ ਪਿਛਲੀ ਕਿਸ਼ਤ 'ਚ ਇੱਕ ਜ਼ਿਕਰ ਕੀਤਾ, ਜਿਹੜਾ ਬੰਦਾ ਆਪਣੇ ਮੋਹਸਨ ਦਾ ਸ਼ੁਕਰਗੁਜ਼ਾਰ ਨਾ ਹੋਵੇ, ਉਹ ਆਪਣੇ ਰੱਬ ਦਾ ਵੀ ਸ਼ੁਕਰਗੁਜ਼ਾਰ ਨਹੀਂ ਹੋ ਸਕਦਾ। ਉਹ ਅੰਗਰੇਜ਼ ਜਿਹੜੇ ਆਏ, ਈਸਟ ਇੰਡੀਆ ਕੰਪਨੀ ਕਹਿ ਲਓ, ਜੋ ਮਰਜ਼ੀ ਕਹਿ ਲਓ, ਉਸ ਤੋਂ ਪਹਿਲੋਂ ਕਿਹੜੀਆਂ ਇੱਥੇ ਸੋਨੇ ਦੀਆਂ ਨਹਿਰਾਂ ਜਿਹੜੀ ਹੈਗੀਆਂ ਸਨ, ਤੇ ਇੱਥੇ ਦੁੱਧ ਦੀਆਂ ਨਹਿਰਾਂ ਵਗਦੀਆਂ ਹਨ। ਜੋ ਪਹਿਲੋਂ 1200-1300 ਸਾਲ ਹੁਕਮਰਾਨੀ ਕੀਤੀ ਬਨੂ ਮਈਆ ਬਨੂ ਵਾਸੀਆ ਤੋਂ ਬਾਅਦ, ਗੌਰੀ ਖਾਨਦਾਨ ਤੇ ਫਲਾਣਾ ਖਾਨਦਾਨ, ਤੇ ਇਹ ਜਿਹੜੇ 700-800 ਸਾਲ ਇਹ ਹੁਕਮਰਾਨੀ ਇਹਨਾਂ ਨੇ 600-700 ਸਾਲ ਕੀਤੀ। ਭਾਵੇਂ ਉਹ ਮੁਸਲਮਾਨ ਸਨ, ਮੁਗਲ ਸਨ, ਗੌਰੀ ਸਨ, ਕੋਈ ਵੀ ਸਨ, ਜਾਂ ਉਹਨਾਂ ਤੋਂ ਵੀ ਪਹਿਲੋਂ ਰਾਜੇ ਮਹਾਰਾਜੇ ਸਨ, ਜਾਂ ਫਿਰ ਇਹ ਅੰਗਰੇਜ਼ ਆਇਆ, ਤੇ ਜਾਂ ਫਿਰ ਮੁਗਲ ਸੁਗਲ ਜਿੰਨੇ ਵੀ ਆਏ, ਇਹ ਸਾਰਿਆਂ ਨੇ ਚੰਗੀ ਤੁੰਨ ਕੇ ਯਸ਼ੀ ਕੀਤੀ, ਲੇਕਿਨ ਕੰਮ ਜਿੰਨੇ ਕੀਤਾ ਉਹ ਸਿਰਫ ਅੰਗਰੇਜ਼ ਸਨ। ਇਹ ਮੰਨਣਾ ਪਏਗਾ ਸਾਨੂੰ, ਇਹ ਤਾਰੀਖ ਹੀ ਦੱਸਦੀ ਹੈ। ਅਗਰ ਤੁਹਾਨੂੰ ਕੋਈ ਪੁੱਠ ਸੇ ਦੱਸਦਾ ਨਾ ਕਿ ਜੀ ਬੜੀ ਇਸਲਾਮ ਦੀ ਖਿਦਮਤ ਕੀਤੀ ਏ ਇਹਨਾਂ ਨੇ ਆ ਕੇ, ਜੀ ਇਹ ਮੁਗਲਾਂ ਨੇ ਆ ਕੇ, ਇਹ ਬਿਲਕੁਲ ਗਲਤ ਹੈ, ਝੂਠ ਹੈ। ਇਸ ਵਾਸਤੇ ਕਿ ਇਸਲਾਮ ਦੀ ਸਭ ਤੋਂ ਵੱਡੀ ਪਛਾਣ ਇਹ ਹੀ ਹੈ, ਬੁਨਿਆਦੀ ਇਨਸਾਨੀ ਹਕੂਕ ਦੀ ਅਦਾਇਗੀ। ਬਹਰਹਾਲ ਉਹਨਾਂ ਨੇ ਕਿਸੇ ਨੇ ਕੋਈ ਇਹੋ ਜਿਹੀ ਅਦਾਇਗੀ ਲੰਬੀ ਚੌੜੀ ਨਹੀਂ ਕੀਤੀ। ਆਪਣੀਆਂ ਜਿਹੜੇ ਉਹ ਤਾਉਸੋ ਰਬਾਬ ਤੇ ਸ਼ਰਾਬੋ ਸ਼ਬਾਬ ਦੀਆਂ ਮਹਿਫਲਾਂ ਹੀ ਬਣਾਈਆਂ ਨੇ, ਔਰ ਜਿਹੜੇ ਹੁਣ ਸਟੈਂਡਰਡ ਬਣ ਚੁੱਕੇ ਨੇ। ਆਮ ਤੌਰ ਤੇ ਸਾਰੀਆਂ ਕੌਮਾਂ ਵਹਿੰਦੀਆਂ ਰਹੀਆਂ ਨੇ ਵੀ ਇੱਥੇ ਕਰਦੇ ਕੀ ਰਹੇ ਨੇ। ਬਹਰਹਾਲ ਇਹਨਾਂ ਨੇ ਵੀ ਸਾਨੂੰ, ਅੰਗਰੇਜ਼ਾਂ ਨੇ ਵੀ ਰੱਖਿਆ ਤੇ ਸਾਨੂੰ ਗੁਲਾਮ ਹੀ ਤੁਸੀਂ ਕਹਿ ਸਕਦੇ ਹੋ, ਲੇਕਿਨ ਇਹਨਾਂ ਕੰਮ ਬੜਾ ਕੀਤਾ। ਔਰ ਇਹ 1850 ਤੋਂ ਆਨਵਰਡ ਇਹਨਾਂ ਨੇ ਫਿਰ ਟ੍ਰੇਨਾਂ ਦੇ ਜਾਲ ਵਿਛਾਤੇ ਰੇਲਵੇ ਟਰੈਕ ਦੇ। ਇਹ ਜਿੰਨੇ ਤੁਹਾਨੂੰ ਰੇਲਵੇ ਟਰੈਕ ਅੱਜ ਵੀ ਦੱਸਦੇ ਨਾ ਇੰਡੀਆ ਪਾਕਿਸਤਾਨ ਦੇ ਵਿੱਚ, ਇਹਨਾਂ ਦੀ ਅਕਸਰੀਅਤ ਹੋਈ ਜਿਹੜੀ ਅੰਗਰੇਜ਼ ਪਾ ਗਏ। ਤੇ ਫਿਰ ਨਹਿਰੀ ਨਿਜ਼ਾਮ ਦਾ ਤੁਹਾਨੂੰ ਮੈਂ ਦੱਸਿਆ ਸੀ, ਸੰਦਲਬਾਰ ਕਿਵੇਂ ਆਬਾਦ ਹੋਈ, ਕਿਵੇਂ ਬੜੇ ਬੜੇ ਰਕਬੇ ਜਿਹੜੇ ਰੇਤ ਦੇ ਟਿੱਬੇ ਸਨ ਕਿਵੇਂ ਉਹ ਚੱਲਦੇ ਰਹੇ। ਬਹਰਲ ਉਹ ਸਾਰੇ ਰੇਤ ਤੇ ਟਿੱਬੇ ਜਿਹੜੇ ਨੇ ਆਬਾਦ ਹੋ ਗਏ, ਔਰ ਲਹਲਹਾਉਂਦੇ ਖੇਤ ਤੇ ਕਣਕਾਂ ਤੇ ਝੋਨੇ ਤੇ ਕਪਾਹਾਂ ਤੇ ਕਮਾਦ ਹਰ ਸ਼ੇ ਹੁੰਦਾ ਗਿਆ। ਪਰ ਗੱਲ ਸਫ਼ਰ ਤੇ ਅਸੀਂ ਵਾਪਸ ਆਉਂਦੇ ਹਾਂ ਕਿ ਉਦੋਂ ਸ਼ੁਰੂ ਸ਼ੁਰੂ 'ਚ ਕੋਲੇ ਦੇ ਇੰਜਣ ਹੁੰਦੇ ਸਨ, ਲੇਕਿਨ ਮੈਂ ਜਿਹੜੀ ਟ੍ਰੇਨ ਤੇ ਗਿਆ ਸੀ, ਜ਼ਾਹਰ ਹੈ ਇਹ ਉਦੋਂ ਕੋਲੇ ਦਾ ਇੰਜਣ ਨਹੀਂ ਸੀ ਰਹਿ ਗਿਆ, ਫਿਰ ਇਹ ਡੀਜ਼ਲ ਇੰਜਣ ਆ ਗਏ ਸਨ। ਤੇ ਇਹਨਾਂ ਦੇ ਵਿੱਚ ਵੀ ਇਹ ਹਾਰਨ ਜਿਸ ਵੇਲੇ ਵੱਜਾ ਤੇ ਗੱਡੀ ਟੁਰ ਪਈ। ਹੁਣ ਮੈਂ ਜਿਸ ਵੇਲੇ ਨਾਲ ਬੈਠਾ ਸੀ, ਤੇ ਇਹ 5ਵੀਂ 6ਵੀਂ ਤੱਕ ਉਰਦੂ ਤੇ ਬੰਦਾ ਵੇਖ ਵੂਖ ਵੀ ਲੈਂਦਾ ਨਾ ਕੀ ਲਿਖਿਆ। ਇਸੇ ਤਰ੍ਹਾਂ ਸਟੇਸ਼ਨ ਆਇਆ, ਨੂਰਪੁਰ ਆਇਆ, ਛੋਟੇ ਛੋਟੇ ਸਟੇਸ਼ਨ, ਜਾਨੀਵਾਲਾ ਆਇਆ, ਫਿਰ ਸੀਯੋਵਾਲ ਆਇਆ, ਤੇ ਫਿਰ ਅੱਗੇ ਟੋਬਾ ਤੇ ਚਟਿਆਣਾ, ਤੇ ਅੱਗੇ ਸ਼ੋਰਕੋਟ ਜੰਕਸ਼ਨ ਆ ਗਿਆ। ਔਰ ਇਹਦੇ ਦੌਰਾਨ ਟ੍ਰੇਨ ਦੇ ਵਿੱਚ ਜਿਹੜਾ ਦਿਲਚਸਪ ਕੰਮ ਇਹ ਹੁੰਦਾ ਕਿ ਉਹਦੇ 'ਚ ਕਿੱਸੇ ਸੁਣਾਉਣ ਵਾਲੇ, ਚੂਰਨ ਵੇਚਣ ਵਾਲੇ, ਹਾਜ਼ਮੇ ਦੇ ਚੂਰਨ ਵਾਲੇ, ਅੱਖਾਂ ਦੇ ਕਤਰਿਆਂ ਵਾਲੇ, ਸੁਰਮਿਆਂ ਵਾਲੇ, ਇਹਨਾਂ ਦੀਆਂ ਵੰਨ ਸਵੰਨੀਆਂ ਆਵਾਜ਼ਾਂ ਤੇ ਵੰਨ ਫਸੋਨੇ ਇਹਨਾਂ ਦੇ ਮਾਰਕੀਟਿੰਗ ਸਟਾਈਲ ਪੰਜਾਬੀ ਦੇ ਵਿੱਚ। ਔਰ ਕਿੱਸੇ ਸੁਣਾਉਣ ਵਾਲੇ ਵਿੱਚ ਆ ਜਾਂਦੇ ਨੇ, ਆਪਣਾ ਕੋ ਮੰਗਣ ਵਾਲੇ ਆ ਜਾਂਦੇ ਨੇ, ਮੰਗ ਮੰਗ ਕੇ ਸੁਣਾਉਂਦੇ ਨੇ। ਤੇ ਜਾਂ ਕਿੰਗਾਂ ਹੁੰਦੀਆਂ ਸਨ, ਕਿੰਗਾਂ, ਉਹ ਕਿੰਗਾਂ ਦੇ ਤੂੰਬੇ, ਉਹ ਤੂੰਬੇ ਵਜਾ ਕੇ ਤੇ ਉਹਨਾਂ ਨੇ ਆ ਕੇ ਤੇ ਆਪਣੇ ਖੈਰ ਖਰਾਤ ਮੰਗਣੀ। ਇਹ ਆਮ ਸਫ਼ਰ ਦੇ ਵਿੱਚ ਚੱਲਦਾ ਸਿਲਸਿਲਾ ਹੁੰਦਾ ਸੀ। ਪਾਣੀ ਸ਼ਾਣੀ ਜੀ ਤਰੇ ਲੱਗਦੀ ਸੀ ਨੇ, ਤੇ ਜਿਸ ਵੇਲੇ ਸਟੇਸ਼ਨ ਆਉਂਦਾ ਸੀ, ਜਾਂ ਤੇ ਲੋਕੀ ਜਿਹੜਾ ਉਹ ਭਰ ਲੈਂਦੇ ਹਨ ਕੋਈ ਬਰਤਨ ਬੁਰਤਨ ਤੇ ਆਪਣੇ ਕੋਲ ਰੱਖ ਲੈਂਦੇ ਸਨ, ਜਾਂ ਫਿਰ ਦੌੜ ਲਾਉਣੇ ਤੇ ਨਾਲ ਜਿਹੜਾ ਟੂਟੀਆਂ ਹੁੰਦੀਆਂ ਹਨ, ਟੂਟੀਆਂ ਦੇ ਉੱਤੇ ਜਾ ਕੇ ਪਾਣੀ ਸ਼ਾਣੀ ਪੀ ਲੈਂਦੇ ਸਨ। ਸ਼ੋਰਕੋਟ ਜੰਕਸ਼ਨ ਆ ਗਿਆ। ਸ਼ੋਰ ਜੰਕਸ਼ਨ ਤੇ ਸਟੇਸ਼ਨ 'ਚ ਇਹ ਫਰਕ ਹੁੰਦਾ ਕਿ ਆਮ ਸਟੇਸ਼ਨ ਜਿਹਨੂੰ ਕਹਿੰਦੇ ਨਾ, ਉਹ ਸਟੇਸ਼ਨ ਜਿਹੜਾ ਉਹ ਸਿਰਫ ਇੱਕ ਪਾਸਿਓਂ ਗੱਡੀ ਆਉਣ ਡਈ ਹੁੰਦੀ ਹੈ, ਦੂਸਰੇ ਪਾਸੇ ਜਾਣ ਡਈ ਹੁੰਦੀ ਹੈ। ਜੰਕਸ਼ਨ ਤੁਸੀਂ ਕਹਿ ਲਓ ਚੌਕ ਹੁੰਦਾ ਹੈ। ਇਹ ਰੇਲਵੇ ਦਾ ਚੌਕ ਹੁੰਦਾ ਕਿ ਇਹਦੇ 'ਚ ਕਈ ਪਾਸਿਆਂ ਤੋਂ ਗੱਡੀਆਂ, ਇਹ ਨਹੀਂ ਵੀ ਇੱਕ ਪਾਸਿਓਂ ਆਈ ਤੇ ਇੱਕ ਪਾਸੇ ਚਲੀ ਗਈ, ਕਈ ਪਾਸਿਓਂ ਗੱਡੀਆਂ ਆਉਂਦੀਆਂ ਨੇ ਤੇ ਕਈ ਪਾਸੇ ਜਾਂਦੀਆਂ ਨੇ। ਇਹ ਜੰਕਸ਼ਨ ਹੁੰਦਾ ਹੈ। ਮਿਸਾਲ ਦੇ ਉੱਤੇ ਸ਼ੋਰਕੋਟ ਦੀ ਜੇ ਗੱਲ ਕਰੀਏ, ਇਹਨੂੰ ਸ਼ੋਰਕੋਟ ਜੰਕਸ਼ਨ ਸੀ, ਇਸ ਵਾਸਤੇ ਕਿ ਸ਼ੋਰਕੋਟ ਨੂੰ ਇੱਕ ਤੇ ਟ੍ਰੇਨ ਸੀ ਨਾ ਮੇਨ, ਜਿਹੜੀ ਕਰਾਚੀ ਤੋਂ ਪਿਸ਼ਾਵਰ ਤੱਕ ਜਾਂ ਕਰਾਚੀ ਤੋਂ ਸਿਆਲਕੋਟ ਤੱਕ ਇਹਨੂੰ ਜੋੜਦੀ ਸੀ। ਬਾਕੀ ਉਹ ਤੋਂ ਬ੍ਰਾਂਚਾਂ ਨਿਕਲਦੀਆਂ ਸਨ ਜਿਹੜੀਆਂ ਕਿ ਇੱਧਰ ਤੁਹਾਡੇ ਝੰਗ ਨੂੰ, ਸ਼ੋਰਕੋਟ ਤੋਂ ਝੰਗ ਤੋਂ ਫਿਰ ਅੱਗੇ ਸਰਗੋਧਾ ਤੇ ਸਿੱਲਾਂ ਵਾਲੀ ਤੇ ਇਸ ਪਾਸੇ ਨੂੰ ਜਿਹੜੀਆਂ ਨਿਕਲ ਜਾਂਦੀਆਂ ਹਨ, ਤਾਂ ਇਹਨੂੰ ਜੰਕਸ਼ਨ ਆਉਂਦੇ ਹਨ। ਇਹ ਜਿਸ ਵੇਲੇ ਕੋਈ ਆਪਣਾ ਸ਼ੋਰਕੋਟ ਜੰਕਸ਼ਨ ਜਿਸ ਵੇਲੇ ਆਇਆ, ਉੱਥੇ ਜ਼ਾਹਰ ਹੈ ਕਿ ਮੈਂ ਵੀ ਬੜੀ ਇhtiyਾਤ ਨਾਲ, ਮੈਨੂੰ ਜਿਹੜੇ ਬਜ਼ੁਰਗ ਨਾਲ ਸਨ ਉਹਨਾਂ ਨੇ ਆਖਿਆ, ਕਾਕਾ ਚੇਤਾ ਰੱਖ ਲਈ ਇਹ ਬੋਗੀ ਦਾ ਨੰਬਰ ਹੈ। ਉਹ ਬੋਗੀ ਦਾ ਨੰਬਰ ਮਾੜਾ ਚੰਗਾ ਜਿੰਨਾ ਵੀ ਯਾਦ ਸੀ, ਲੇਕਿਨ ਉਹਨਾਂ ਨੇ ਇਹ ਰਿਸਕ ਨਾ ਲਿਆ, ਮੈਨੂੰ ਮੇਰੀ ਬਾਹ ਫੜੀ ਤੇ ਟੂਟੀ ਤੇ ਲੈ ਗਏ। ਉੱਥੇ ਪਾਣੀ ਪੀ ਕੇ ਤੇ ਮੈਂ ਮੁੜ ਆਇਆ, ਉਹਨਾਂ ਦੇ ਨਾਲ ਹੀ ਫਿਰ ਆ ਕੇ ਗੱਡੀ 'ਚ ਬਹਿ ਗਿਆ।
ਅੱਗੋਂ ਹੁਣ ਪਹਿਲਾ ਦਰਿਆਏ ਰਾਵੀ ਅਸੀਂ ਕ੍ਰਾਸ ਕਰਨੇ ਆ, ਉੱਤੇ ਪੁਲ ਸੀ, ਤੋਂ ਦਾ ਪਤਾ ਇੰਜ ਲੱਗਾ ਤੇ ਗੜ 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 ਗੜ, ਹਾਲੇ ਵੀ ਟ੍ਰੇਨ ਤੋਂ ਲੰਘੇ ਤੇ ਉਹਦੀ ਆਵਾਜ਼ਾਂ ਆਉਂਦੀਆਂ ਨੇ, ਕਿਉਂਕਿ ਉਹ ਰਗੜ ਪੈਂਦੀ ਹੈ ਲੋਹੇ ਦੇ ਪਹੀਆਂ ਦੀ ਥੱਲੇ ਗਾਡਰਾਂ ਦੀ, ਤੇ ਥੱਲੇ ਸ਼ਾਇਦ ਕੋ ਨਹੀਂ ਹੁੰਦੀ, ਥੱਲੇ ਤੇ ਪੁਲ ਹੀ ਹੁੰਦਾ, ਥੱਲੇ ਪਾਣੀ ਵਗਦਾ ਸੀ। ਉਹ ਦਰਿਆਏ ਰਾਵੀ ਦੇ ਉੱਤੋਂ ਦੀ ਛੜ ਲੰਘੇ, ਅੱਗੇ ਦਰਿਆਏ ਰਾਵੀ ਲੰਘ ਕੇ ਤੇ ਫਿਰ ਅੱਗੇ ਛੋਟੇ ਛੋਟੇ ਸਟੇਸ਼ਨ ਜਿਹੜੇ ਨੇ ਅਬਦੁਲ ਹਕੀਮ ਵਗੈਰਾ, ਮੈਨੂੰ ਨਹੀਂ ਯਾਦ ਹੁਣ ਉਦੋਂ ਹੈਸਨ ਕਿ ਨਹੀਂ, ਬਹਰਲ ਉੱਥੋਂ ਦੀ ਗੁਜ਼ਰ ਕੇ ਤੇ ਅਲਟੀਮੇਟਲੀ ਅਸੀਂ ਵੱਡਾ ਸਟੇਸ਼ਨ ਜਿਹੜਾ ਫਿਰ ਆਇਆ ਉਹਨੂੰ ਕਹਿੰਦੇ ਖਾਨੇਵਾਲ ਜੰਕਸ਼ਨ। ਖਾਨੇਵਾਲ ਜੰਕਸ਼ਨ ਜਿਹੜਾ ਉਹ ਟਾਈਮ 5 ਮਿੰਟ ਨਹੀਂ ਸੀ ਹੁੰਦਾ, ਤਕਰੀਬਨ 20-25 ਮਿੰਟ ਦਾ ਟਾਈਮ ਉੱਥੇ ਉਹ ਖਿਲਾਰਦੇ ਹੁੰਦੇ ਸਨ, ਕਿ ਉਹਨਾਂ ਨੇ ਫੌਰੀ ਤੌਰ ਤੇ ਜਿਹੜੇ ਉਹ ਰੇਲਵੇ ਦੇ ਮੁਲਾਜ਼ਮ ਹੁੰਦੇ ਸਨ ਉਹਨਾਂ ਨੇ ਛੱਤਾਂ ਤੇ ਚੜ੍ਹ ਜਾਣਾ, ਔਰ ਉੱਤੇ ਲੱਗੇ ਹੁੰਦੇ ਸਨ ਪਾਣੀ ਵਾਲੇ ਜਿਹੜੇ ਨੇ ਪਾਈਪ ਲੱਗੇ ਹੁੰਦੇ ਸਨ, ਉਹ ਪਾਣੀ ਵਾਲੇ ਪਾਈਪ ਜਿਹੜੇ ਨੇ ਉਹਨਾਂ ਨੂੰ ਜਿਹੜੇ ਵਾਸ਼ਰੂਮ ਹੁੰਦੇ ਸਨ ਨਾ, ਉਹ ਵਾਸ਼ਰੂਮਾਂ ਦੀਆਂ ਟੈਂਕੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੇ ਜੋੜ ਦਿੱਤਾ, ਔਰ ਟੈਂਕੀਆਂ ਭਰ ਕੇ 20-25 ਮਿੰਟ ਲੱਗ ਗਿਆ ਉੱਥੇ। ਆਮ ਤੌਰ ਤੇ ਲੋਕੀ ਫਿਰ ਅਗਰ ਸਵੇਰ ਸਵੇਰ ਹੋਵੇ ਤੇ ਉੱਥੇ ਮੂੰਹ ਸ਼ੂ ਵੀ ਧੋਂਦੇ ਨੇ ਆ ਕੇ, ਤੇ ਕਰੂਲੀ ਸ਼ਰੂਲੀ ਕੀਤੀ, ਵਜ਼ੂ ਸ਼ਜ਼ੂ ਕੀਤਾ, ਤੇ ਉਹ ਸਾਰਾ ਕਰ ਕੁਰ ਕੇ ਤੇ ਉਸ ਤੋਂ ਬਾਅਦ ਫਿਰ ਆ ਕੇ ਗੱਡੀ 'ਚ ਬਹਿ ਗਏ। ਸਫ਼ਰ ਚੂੰਕਿ ਲੰਮਾ ਹੁੰਦਾ ਹੈ, ਰਾਹ ਦੇ ਵਿੱਚ ਫਿਰ ਦੋਸਤੀਆਂ ਤਲਕ, ਸਲਾਮ ਅਲੈਕਮ, ਤੂੰ ਭਾਈ ਕਿੱਥੋਂ ਦਾ ਹੈ, ਮੈਂ ਭਾਈ ਕਿੱਥੋਂ ਦਾ। ਮੇਰਾ ਹੁਣ ਤਲਕ ਸਿਰਫ ਇੰਨਾ ਹੀ ਸੀ ਕਿ ਮੈਂ ਹਰ ਸਟੇਸ਼ਨ ਨੂੰ ਬਗੌਰ ਵੇਖਣਾ ਸਾਂ, ਲੋਕਾਂ ਨੂੰ ਵੇਖਣਾ ਸਾਂ, ਔਰ ਕਮੋਬੇਸ਼ ਹਰ ਸਟੇਸ਼ਨ ਦੇ ਉੱਤੇ ਬੋਲੀ ਬਦਲੀ ਹੁੰਦੀ ਸੀ। ਬੋਲੀ ਬਦਲੀ ਹੁੰਦੀ ਸੀ, ਮਿਸਾਲ ਦੇ ਉੱਤੇ ਗੋਜਰੇ ਨੂੰ ਚੱਲੇ ਆ ਤੇ ਅਗਰ ਖਾਨੇਵਾਲ ਤੱਕ ਆਏ ਆ ਨਾ, ਤੇ ਗੋਜਰੇ ਵਾਲੀ ਜਿਹੜੀ ਪੰਜਾਬੀ ਸੀ ਨਾ, ਉਹ ਪੰਜਾਬੀ ਖਾਨੇਵਾਲ 'ਚ ਥੋੜੀ ਜਿਹੀ ਫੇਰ ਬਦਲ ਗਈ। ਉਹ ਜਿਵੇਂ ਸਰਾਇਕੀ ਜਿਹਾ ਟੱਚ ਹੋ ਜਾਂਦਾ ਨਾ, ਉਹ ਸਰਾਇਕੀ ਟੱਚ ਉਹਦੇ ਤੇ ਹੋ ਗਿਆ। ਇਹ ਦੱਸਣ ਦਾ ਮਕਸਦ ਇਹ ਹੈਗਾ ਕਿ ਜਿਹੜੀਆਂ ਬੋਲੀਆਂ ਨੇ ਨਾ, ਹਰ 25-30 ਮੀਲ ਬਾਅਦ ਕੋਈ ਬੋਲੀ ਜਿਹੜੀ ਜਿਹੜੀ ਵੀ ਤੁਸੀਂ ਉਸ ਬਦਲ ਜਾਂਦੀ ਹੈ, ਥੋੜੀ ਬਦਲੇ ਜਾਂ ਬਹੁਤੀ ਬਦਲੇ। ਇਸੇ ਤਰ੍ਹਾਂ ਹੀ ਜਿਹੜਾ ਸੁਨੇਹਾ ਹੁੰਦਾ ਨਾ, ਸੁਨੇਹਾ, ਉਹ ਸੁਨੇਹਾ ਵੀ ਬਦਲ ਜਾਂਦਾ, ਕਿ ਇੱਕ ਸੁਨੇਹਾ ਅਗਰ ਗੋਜਰੇ ਮੈਨੂੰ ਕੁਝ ਸੁਨਾ ਮਿਲਿਆ ਤੇ ਮੇਰੇ ਲਾਗੇ 10 ਬੰਦੇ ਹੋਰ ਬੈਠੇ ਨੇ, ਉਹਨਾਂ 10 ਨੇ ਵੀ ਉਹ ਸੁਨੇਹਾ ਸੁਣਿਆ, ਤੇ ਖਾਨੇਵਾਲ ਤੱਕ, ਮੁਲਤਾਨ ਤੱਕ ਅੱਗੇ ਆਉਂਦੇ, ਉਹ ਸੁਨੇਹਾ ਦੇ ਵਿੱਚ ਵੀ ਹਰ ਇੱਕ ਦੀ ਇੰਟਰਪ੍ਰੀਟੇਸ਼ਨ ਡਿਫਰੈਂਟ ਹੈ। ਇਸੇ ਵਾਸਤੇ ਕਿਹਾ ਜਾਂਦਾ ਹੈ ਕਿ ਸਭ ਤੋਂ ਵੱਡਾ ਸੁਨਾਹ ਉਹ ਹੈ ਜਿਹਦੀ ਹਿਫਾਜ਼ਤ ਮੇਰੇ ਰੱਬ ਨੇ ਕੀਤੀ, ਔਰ ਉਹ ਕੁਰਾਨ ਹੈਗਾ। ਬਾਕੀ ਜਿਹੜੀਆਂ ਅਹਾਦੀਸ ਸਾਡੇ ਤੱਕ ਪਹੁੰਚੀਆਂ ਨੇ ਬਹੁਤ ਅੱਛੀਆਂ ਹੋਣਗੀਆਂ, ਬਹੁਤ ਮੁਤਫਿਕ ਅਲੈਹ ਵੀ ਹੈ ਨੇ, ਸਾਬਤ ਵੀ ਹੈ ਨੇ, ਲੇਕਿਨ ਅੰਦੇਸ਼ਾ ਰਹਿੰਦਾ ਕਿ ਪਤਾ ਨਹੀਂ ਕਿਸੇ ਦੀ ਇੰਟਰਪ੍ਰੀਟੇਸ਼ਨ ਸਹੀ ਹੈ ਕਿ ਨਹੀਂ ਹੈ। ਇਸ ਵਾਸਤੇ ਹਰ ਉਹ ਹਦੀਸ, ਕਿਉਂਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਜੋ ਗੱਲ ਫਰਮਾਈ ਹੈ, ਜੋ ਅਮਲ ਕੀਤਾ ਹੈ, ਉਹਦੇ ਸਾਡੇ ਤੱਕ ਪਹੁੰਚੀ ਤੇ ਫਰਕ ਹੋ ਸਕਦਾ, ਲੇਕਿਨ ਕੁਰਾਨ ਦੇ ਨਾਲ ਜਿਹੜਾ ਉਹਦਾ ਤਲਕ ਹੈ, ਉਹ ਕੁਰਾਨ ਦੇ ਨਾਲ ਉਹਦਾ ਤਲਕ ਜਿਹੜਾ ਉਹ ਡੈਫੀਨੇਟਲੀ ਉਹ ਜੋ ਕੁਰਾਨ ਕਹੇਗਾ ਉਹਦੇ ਨਾਲ ਇਤਫਾਕ ਹੈ ਤੇ ਉਹ ਬਿਲਕੁਲ ਠੀਕ ਹੈ। ਉਹ ਇhtiyਾਤ ਕਰਨੀ ਚਾਹੀਦੀ, ਉਹਨੂੰ ਵੇਖਣਾ ਚਾਹੀਦਾ। ਖਾਨੇਵਾਲ ਤੋਂ ਗੱਡੀ ਚੱਲੀ ਤੇ ਅੱਗੋਂ ਛੋਟੇ ਮੋਟੇ ਸਟੇਸ਼ਨ ਜਿਹੜੇ ਨੇ, ਉਹ ਖਾਨੇਵਾਲ ਤੇ ਉਹਦੇ ਦਰਮਿਆਨ ਜਿਹੜਾ ਮੁਲਤਾਨ ਕੈਂਟ ਜਾ ਕੇ ਰੁਕੀ, ਮੁਲਤਾਨ ਛਾਉਣੀ, ਮੁਲਤਾਨ ਸਿਟੀ ਨਹੀਂ, ਮੁਲਤਾਨ ਛਾਉਣੀ। ਮੁਲਤਾਨ ਛਾਉਣੀ ਜਾ ਕੇ ਵੀ 5-7 ਮਿੰਟ ਦੀ ਇਸੇ ਤਰ੍ਹਾਂ ਬ੍ਰੇਕ, ਤੇ ਫਿਰ ਚੱਲ 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 ਫਿਰ ਅੱਗੇ ਖਾਨਪੁਰ, ਲੋਧਰਾ, ਬਹਾਵਲਪੁਰ ਤੁਹਾਨੂੰ ਬੜਾ ਵੱਡੀ ਰਿਆਸਤ ਹੁੰਦੀ ਸੀ, ਔਰ ਇਹ ਜਦੋਂ ਪਾਕਿਸਤਾਨ ਬਣਿਆ ਉਸ ਤੋਂ ਬਾਅਦ ਇਹ ਜਿੰਨੀਆਂ ਰਿਆਸਤਾਂ ਨੇ, ਰਿਆਸਤ ਕਲਾਤ ਦੀ ਸੀ, ਬਹਾਵਲਪੁਰ ਦੀ ਸੀ, ਇਸੇ ਤਰ੍ਹਾਂ ਹੋਰ ਕਈ ਰਿਆਸਤਾਂ, ਸਵਾਤ ਦੀ ਰਿਆਸਤ ਤੇ ਵਾਲੀਆਨ ਰਹਿੰਦੇ ਹਨ ਰਿਆਸਤ ਦੇ, ਇਹਨਾਂ ਪਾਕਿਸਤਾਨ ਦੇ ਨਾਲ ਇਕੱਠ ਕੀਤਾ ਸੀ। ਤੇ ਇਹ ਜਿਹੜੇ ਅਬਾਸੀ ਹਸਨ ਵਾਲੀਆਂ ਨੇ ਰਿਆਸਤ ਬਹਾਵਲਪੁਰ, ਇਹਨਾਂ ਨੇ ਪਾਕਿਸਤਾਨ ਨਾਲ ਇਕੱਠ ਕੀਤਾ ਸੀ, ਤੇ ਲੋਧਰਾ ਤੋਂ ਬਾਅਦ ਬਹਾਵਲਪੁਰ ਆਉਂਦਾ ਹੈ, ਔਰ ਬਹਾਵਲਪੁਰ ਤੋਂ ਬਾਅਦ ਫਿਰ ਅੱਗੇ ਸੰਮਾ ਸੱਟਾ ਤੇ ਖਾਨਪੁਰ ਤੇ ਫਿਰ ਰਹੀਮ ਯਾਰ ਖਾਨ। ਖਾਨਪੁਰ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦੇ ਜਾਂਦਿਆਂ ਆਉਂਦਿਆਂ ਥੋੜਾ ਥੋੜਾ ਚੁੱਕ ਵਕਫਾ ਹੁੰਦਾ, ਤੇ ਚਾਹ ਵਾਲੇ ਵੀ ਵਿੱਚ ਹੀ ਉਹ ਬੋਲ ਆਉਂਦੇ ਨੇ, ਚਾਹ ਲੈ ਕੇ ਇੱਕ ਸਟੇਸ਼ਨ ਤੇ ਆਉਣਾ, ਦੂਸਰੇ ਸਟੇਸ਼ਨ ਤੇ ਅਗਲੇ ਤੇ ਜਾ ਕੇ ਉਤਰ ਕੇ ਆਉਣ ਵਾਲੀ ਟ੍ਰੇਨ ਤੇ ਫਿਰ ਮੁੜ ਆਉਣਾ। ਚਾਹ ਲੈ ਲਓ, ਚਾਹ ਲੈ ਲਓ, ਚਾਹ ਲੈ ਲਓ, ਬਿਸਕੁਟ ਲੈ ਲਓ, ਇਹ ਲੈ ਲਓ, ਜੋ ਵੀ। ਖਾਨਪੁਰ ਦੇ ਇਸ ਤਰ੍ਹਾਂ ਮਸ਼ਹੂਰ ਹੁੰਦਾ, ਖੋਏ ਮਸ਼ਹੂਰ ਹੁੰਦਾ ਸੀ, ਖਾਨਪੁਰ ਦਾ ਖੋਇਆ। ਉਹ ਅੱਜ ਹਾਲੇ ਤੱਕ ਵੀ ਕੰਨਾਂ ਦੇ ਵਿੱਚ ਜਿਹੜਾ ਨਾ ਬਾਜ਼ਗਸ਼ਤ ਉਹਦੀ ਆਉਂਦੀ ਹੈ। ਖਾਨਪੁਰ, ਲਿਆਕਤਪੁਰ, ਸਾਰੇ ਫਿਰ ਰਹੀਮ ਯਾਰ ਖਾਨ ਆਉਣਾ, ਰਹੀਮ ਯਾਰ ਖਾਨ ਤੋਂ ਅੱਗੋਂ ਇੱਥੋਂ ਹੁਣ ਅੱਗੇ ਆਖਰੀ ਸਟੇਸ਼ਨ ਸਾਦਕਾਬਾਦ, ਜਿਹੜਾ ਪੰਜਾਬ ਦਾ ਸਟੇਸ਼ਨ ਹੈ। ਪੰਜਾਬ ਉੱਥੇ ਜਾ ਕੇ ਮੁੱਕ ਜਾਂਦਾ ਹੈ, ਔਰ ਸਾਦਕਾਬਾਦ ਤੋਂ ਅੱਗੇ ਫਿਰ ਜਿਹੜਾ ਉਹ ਸਿੰਧ ਸ਼ੁਰੂ ਹੋ ਜਾਂਦਾ ਹੈ। ਉਹਦੇ ਚ ਘੋਟਕੀ, ਡਹਿਰਕੀ, ਇਹੋ ਜਿਹੇ ਸਟੇਸ਼ਨ ਆਉਂਦੇ ਆਉਂਦੇ ਫਿਰ ਅਗਲਾ ਵੱਡਾ ਸਟੇਸ਼ਨ ਜਿੱਥੇ ਜਾ ਕੇ ਇਹ ਟ੍ਰੇਨ ਰੁਕੀ, ਉਹ ਹੈਗਾ ਸੀ ਰੋਹੜੀ ਸਟੇਸ਼ਨ। ਹੁਣ ਇਹਦੇ ਇਸ ਤੋਂ ਪਹਿਲੋਂ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਮੁਲਤਾਨ ਯਾਨੀ ਲੋਧਰਾ ਤੇ ਬਾਵਲਪੁਰ ਦੇ ਦਰਮਿਆਨ ਦਰਿਆ ਸਤਲਜ ਸੀ। ਅੱਗੇ ਮੈਂ ਤੁਹਾਨੂੰ ਦੱਸਿਆ ਸੀ ਸ਼ੋਰਕੋਟ ਦੇ ਤੇ ਅਬਦੁਲ ਕੀਮ ਜਾਂ ਖਾਨੇਵਾਲ ਦੇ ਕਰੀਬ ਨਜ਼ਦੀਕ ਦਰਮਿਆਨ ਚ ਦਰਿਆਏ ਰਾਵੀ ਸੀ। ਉਹ ਦਰਿਆਏ ਰਾਵੀ ਜਿਹੜਾ ਤੁਹਾਨੂੰ ਪਤਾ ਕਿ ਪਿੱਛੋਂ ਇੰਡੀਆ ਚੋਂ ਆਉਂਦਾ ਤੇ ਅੱਗੋਂ ਲਾਹੌਰ ਦੇ ਲਾਗੋਂ ਦੀ ਲੰਘਦਾ 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 ਚੀਚਾ ਵਤਨੀ ਸਾਰਾ
ਇਹ ਸਾਰੇ ਰਾਹਾਂ ਤੋਂ ਲੰਘਦਾ ਲੰਘਦਾ ਇਹ ਅੱਗੇ ਜਾ ਕੇ ਤੇ ਇਹ ਦਰਿਆਏ ਸਿੰਧ ਜਾ ਕੇ ਵੀ ਡਿੱਗ ਪੈਂਦਾ, ਜਿਵੇਂ ਦਰਿਆਏ ਚਨਾਬ ਜਿਹੜਾ ਹੈ ਉਹ ਅੱਗੇ ਜਾ ਕੇ ਉਹ ਵੀ ਪੰਜ ਨਦ ਦੇ ਮੁਕਾਮ ਤੇ ਜਿਹੜਾ। ਇਸੇ ਤਰ੍ਹਾਂ ਦਰਿਆਏ ਸਤਲੁਜ ਜਿਹੜਾ ਹੁਣ ਤੇ ਮੁੱਕ ਮੱਕ ਗਿਆ, ਉਦੋਂ ਦਰਿਆਏ ਸਤਲੁਜ ਵੀ ਹੁੰਦਾ ਸੀ, ਇਹ ਵੀ ਇੰਡੀਆ ਵਾਲੇ ਪਾਸੇ ਆਉਂਦਾ ਸੀ। ਔਰ ਇਹ ਬਹਾਵਲਪੁਰ ਤੇ ਲੋਧਰਾ ਦੇ ਸਟੇਸ਼ਨ ਦੇ ਦਰਮਿਆਨ ਇਹ ਦਰਿਆ ਹੁੰਦਾ ਸੀ। ਜਿਸ ਅੱਗੇ ਰਹੀਮਯਾਰ ਖਾਂ ਤੋਂ ਲੰਘ ਕੇ ਰੋਹੜੀ ਪਹੁੰਚੀ ਤੇ ਹੁਣ ਇੱਥੇ ਰੋਹੜੀ ਦੇ ਕੋਲ ਦਰਿਆਏ ਸਿੰਧ ਸੀ, ਜਿੱਥੇ ਆਮ ਤੌਰ ਤੇ ਉਹ ਕਹਿੰਦੇ ਨੇ ਬੈਰਾਜ ਉੱਥੇ ਬਣਿਆ ਸੀ। ਉਹ ਬੈਰਾਜ ਵੱਡੇ ਵੱਡੇ ਡੈਮ ਨੇ ਜਿਹੜੇ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਹੋਈ, ਔਰ ਇਹਦੇ ਚ ਜ਼ਿਆਦਾਤਰ ਉਹ ਹੀ ਨੇ ਜਿਹੜੇ ਕਿ ਅਯੂਬ ਖਾਨ ਦੇ ਦੌਰ ਦੇ ਵਿੱਚ ਜਿਹੜੇ ਬਣੇ। ਔਰ ਜਦੋਂ ਕਿ ਬਹੁਤ ਏਡ ਤੁਸੀਂ ਅਮਰੀਕਨਸ ਵੱਲੋਂ US ਐਗਰੀਕਲਚਰ ਡਿਪਾਰਟਮੈਂਟ ਦੇ ਹਵਾਲੇ ਨਾਲ ਆਉਂਦੀ ਹੁੰਦੀ ਸੀ। ਔਰ ਇਹ ਬੈਰਾਜ ਔਰ ਡੈਮ ਜਿਹੜੇ ਨੇ ਬਹੁਤ ਪਹਿਲਾਂ ਵੀ ਬਣੇ, ਲੇਕਿਨ ਕੁਝ ਡੈਮ ਜਿਹੜੇ ਨੇ ਉਸ ਦੌਰ ਦੇ ਵਿੱਚ ਵੀ ਜਿਹੜੇ ਨੇ ਬਣੇ, ਜਿਨ੍ਹਾਂ ਤੋਂ ਹੁਣ ਵੀ ਸਾਨੂੰ ਕੋਈ ਬਿਜਲੀ ਵਗੈਰਾ ਜਿਹੜੀ ਜਿਵੇਂ ਮੰਗਲਾ ਡੈਮ ਹੈ, ਇਹੋ ਜਿਹੀ ਅਸੀਂ ਬਿਜਲੀ ਵਗੈਰਾ ਉੱਥੇ ਵੀ ਲੈਂਦੇ ਹਾਂ। ਰੋੜੀ ਜਾ ਕੇ ਰੁਕੀ ਟ੍ਰੇਨ, ਔਰ ਉਹ ਉਚਰਨ ਫਿਰ ਰਾਤ ਹੋ ਜਾਂਦੀ ਹੈ ਉੱਥੇ ਨਾ। ਜਿਸ ਵੇਲੇ ਜਿਹੜੇ ਬੰਦੇ ਦੁਪਹਿਰ ਵਾਲੀ ਟ੍ਰੇਨ ਤੇ ਆਉਂਦੇ ਨੇ ਨਾ, ਸ਼ਾਹੀਨ ਐਕਸਪ੍ਰੈਸ ਤੇ, ਜਿਵੇਂ ਮੈਂ ਉਦੋਂ ਆਇਆ ਸਾਂ, ਇਹ ਰਾਤ ਉੱਥੇ ਪੈ ਜਾਂਦੀ ਤੇ ਫਿਰ ਲੋਕੀ ਸਿੱਧੇ ਪੱਧਰੇ ਹੋਣਾ ਸ਼ੁਰੂ ਕਰਦੇ ਨੇ, ਸੌਂ ਜਾਂਦੇ ਨੇ। ਇਹਦੇ ਦੌਰਾਨ ਫਿਰ ਵੇਟਰ ਆਉਂਦੇ ਨੇ ਕਿ ਇੱਕ ਟ੍ਰੇਨ ਦੇ ਨਾਲ ਹੁੰਦੀ ਹੈ ਡਾਈਨਿੰਗ ਕਾਰ, ਇੱਕ ਡੱਬਾ, ਇੱਕ ਪੂਰੀ ਬੋਗੀ ਜਿਹੜੀ ਹੈ ਨਾ, ਉਹ ਇੱਕ ਡਾਈਨਿੰਗ ਕਾਰ ਹੁੰਦੀ ਹੈ। ਜਿਹੜੇ ਤੇ ਬੰਦੇ ਚੰਗੇ ਹਾਸਾ ਬੇਹਸੀਅਤ ਹੁੰਦੇ ਨੇ ਉਹ ਤੇ ਚਲੇ ਜਾਂਦੇ ਨੇ ਉੱਥੇ ਜਾ ਕੇ ਤੇ ਘੰਟਾ 2 ਘੰਟਾ ਉੱਥੇ ਰੋਟੀ ਛੋਟੀ ਖਾਧੀ, ਗੱਪ ਸ਼ਪ ਲਾਈ ਤੇ ਉੱਥੋਂ ਬਾਅਦ ਫਿਰ ਆਪਣੀ ਜਗ੍ਹਾ ਤੇ ਆ ਕੇ ਬਹਿ ਗਏ ਜਾਂ ਲੰਮੇ ਪੈ ਗਏ। ਲੇਕਿਨ ਉਹ ਆਮ ਤੌਰ ਤੇ ਡੱਬਿਆਂ ਦੇ ਵਿੱਚ ਵੀ ਉਹ ਫਿਰਦੇ ਨੇ ਲੋਕੀ, ਜਿਹੜੇ ਵੇਟਰ ਨੇ ਡਾਈਨਿੰਗ ਟ੍ਰੇਨ ਦੇ। ਹਾਂਜੀ ਖਾਣਾ ਖਾਣਾ ਜੀ, ਖਾਣਾ ਖਾਣਾ ਜੀ, ਖਾਣਾ ਖਾਣਾ। ਉਹ ਜਿਹੜੇ ਖਾਣਾ ਫਿਰ ਬੁੱਕ ਕਰਾਉਂਦੇ ਨੇ ਤੇ ਲਿਖ ਲੈਂਦੇ ਨੇ ਜਾ ਕੇ, ਤੇ ਫਿਰ ਉਸ ਤੋਂ ਬਾਅਦ ਉਹ ਖਾਣਾ ਜਿਹੜਾ ਉਹ ਜਾਂ ਲੈ ਆਉਂਦੇ ਤੇ ਜਾਂ ਉਹਨਾਂ ਤਿੰਨ ਤਿੰਨ ਚਾਰ ਚਾਰ ਟਰੇਵਾਂ ਖਾਣੇ ਦੀਆਂ ਜਿਹੜੀਆਂ ਨੇ ਚੁੱਕੀਆਂ ਹੁੰਦੀਆਂ ਨੇ ਇਸ ਤਰ੍ਹਾਂ ਹੱਥ ਦੇ ਉੱਤੇ, ਉੱਥੇ ਉਹ ਦੇਈ ਜਾਂਦੇ ਨੇ ਤੇ ਪੈਸੇ ਆਪਣੇ ਜਿਹੜੇ ਨੇ ਵਸੂਲ ਕਰੀ ਜਾਂਦੇ ਨੇ। ਅੱਗੋਂ ਜਿਸ ਵੇਲੇ ਰੋੜੀ ਲੰਘਦੇ ਲੰਘਦਿਆਂ ਫਿਰ ਖੈਰਪੁਰ ਆ ਗਿਆ ਤੇ ਟੰਡੋ ਆਦਮ ਤੇ ਨਵਾਬ ਸ਼ਾਹ ਤੇ ਬੜੇ ਛੋਟੇ 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 ਜਿਹੜੇ ਨੇ ਉਹ ਸਟੇਸ਼ਨ ਬੜੇ ਹੁੰਦੇ ਨੇ। ਇਹ ਨਵਾਬ ਸ਼ਾਹ ਤੇ ਵੱਡਾ ਸਟੇਸ਼ਨ ਸੀ, ਖੈਰਪੁਰ ਵੀ ਇਸੇ ਤਰ੍ਹਾਂ ਹੀ। ਔਰ ਇਹ ਸਾਰੇ ਸਿੰਧ ਜਿਸ ਵੇਲੇ ਰੋੜੀ ਤੋਂ ਮਸਲਨ ਘੋਟਕੀ ਤੋਂ ਇਹ ਸ਼ੁਰੂ ਹੋ ਗਿਆ ਸਿੰਧ ਸਾਦਕਾਬਾਦ ਤੋਂ ਬਾਅਦ, ਇਹ ਹੁਣ ਚੱਲ ਕਰਾਚੀ ਤੱਕ ਸੂਬਾ ਸਿੰਧ ਹੀ ਰਹਿਣਾ। ਅੱਛਾ, ਇਹ ਯਾਦ ਰਵੇ ਕਿ ਇਹ ਸੂਬੇ ਜਿਹੜੇ ਨੇ ਨਾ, ਇਹ ਸੂਬੇ ਪਹਿਲੋਂ ਨਹੀਂ ਸਨ ਹੁੰਦੇ, ਪਹਿਲੋਂ ਦੋ ਹੀ ਸੂਬੇ ਸਨ। ਇੱਕ ਹੈਗਾ ਸੀ ਈਸਟ ਪਾਕਿਸਤਾਨ, ਇੱਕ ਸੀ ਵੈਸਟ ਪਾਕਿਸਤਾਨ। ਇਹ ਸੂਬੇ ਜਿਹੜੇ ਨੇ ਇਹ ਉਦੋਂ ਪਹਿਲੋਂ 1 ਯੂਨਿਟ ਹੁੰਦਾ ਸੀ, ਤੇ ਇਹ ਈਸਟ ਪਾਕਿਸਤਾਨ ਨੂੰ ਹੀ ਸੂਬਾ ਕਿਹਾ ਜਾਂਦਾ ਸੀ, ਇੱਕ ਪਾਸੇ ਵੈਸਟ ਪਾਕਿਸਤਾਨ ਨੂੰ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ ਕੋਈ ਸੂਬੇ ਵਾਲੀ ਗੱਲ ਨਹੀਂ ਸੀ ਹੈਗੀ। ਇਹ ਸੂਬੇ ਆ ਕੇ ਜਦੋਂ 1 ਯੂਨਿਟ ਟੁੱਟੇ ਨੇ ਨਾ, ਉਸ ਤੋਂ ਬਾਅਦ ਆ ਕੇ ਸੂਬਿਆਂ ਦੀਆਂ ਜਿਹੜੀਆਂ ਨੇ, ਕਿਹ ਸੂਬਾ ਇੱਥੋਂ ਤੱਕ, ਕਿਹ ਸੂਬਾ ਇੱਥੋਂ ਤੱਕ, ਕਿਹ ਸੂਬਾ ਇੱਥੋਂ ਤੱਕ, ਤਨਜ਼ੀਮੀ ਵੰਡ ਕਹਿ ਲਓ ਤੁਸੀਂ, ਕਿ ਉਹਦੀ ਕੀਤੀ ਗਈ। ਫਿਰ ਉਸ ਤੋਂ ਬਾਅਦ ਜਿਹੜਾ ਜਿਸ ਚੱਲਦੇ ਚੱਲਦੇ ਇਹ ਸਵੇਰ ਸਵੇਰ ਦਾ ਟਾਈਮ ਅਮੂਮਨ ਹੁੰਦਾ ਸੀ, ਜਦੋਂ ਹੈਦਰਾਬਾਦ ਜਿਹੜਾ ਆ ਕੇ ਤੇ ਪਹੁੰਚੀ ਤਾਂ ਹੁੰਦਾ ਸੀ। ਹੈਦਰਾਬਾਦ ਜੰਕਸ਼ਨ ਸੀ, ਉਹ ਵੀ ਰੋੜੀ ਜੰਕਸ਼ਨ ਸੀ। ਰੋੜੀ ਜੰਕਸ਼ਨ ਤੋਂ ਫਿਰ ਅੱਗੋਂ ਟ੍ਰੇਨਾਂ ਜਿਹੜੀਆਂ ਮੁxtਲਿਫ ਪਾਸਿਆਂ ਨੂੰ, ਕੋਈ ਕੋਇਟੇ ਵਾਲੇ ਪਾਸੇ ਚਲੀ ਜਾਂਦੀ ਹੈ, ਕੋਈ ਲਾੜਕਾਨੇ ਵਾਲੇ ਪਾਸੇ, ਸੰਗੜ ਵਾਲੇ ਪਾਸੇ, ਔਰ ਕੁਝ ਜਿਹੜੀਆਂ ਨੇ ਟ੍ਰੇਨਾਂ ਜਿਹੜੀਆਂ ਨੇ ਉਹ ਚਲੀ ਜਾਂਦੀਆਂ ਨੇ ਕੋਇਟੇ ਵਾਲੇ ਪਾਸੇ। ਇਸ ਵਾਸਤੇ ਰੋੜੀ ਵੀ ਜੰਕਸ਼ਨ ਜਿਹੜਾ ਉਹ ਹੈਗਾ। ਰੋੜੀ ਤੋਂ ਬਾਅਦ ਫਿਰ ਆ ਜਾਂਦਾ ਹੈਦਰਾਬਾਦ ਜੰਕਸ਼ਨ। ਹੈਦਰਾਬਾਦ ਜੰਕਸ਼ਨ 'ਚ ਵੀ ਮੁxtਲਿਫ ਜਗ੍ਹਾ ਤੇ ਸਾਈਡਾਂ ਤੇ ਜਿਹੜਾ ਉਹ ਕੁਝ ਬਾਰਡਰ ਵਾਲੀ ਸਾਈਡ ਤੇ ਵੀ ਟ੍ਰੇਨ ਜਿਹੜੀਆਂ ਨੇ ਉਹ ਜਾਂਦੀਆਂ ਹੁੰਦੀਆਂ ਸਨ ਉਦੋਂ। ਹੈਦਰਾਬਾਦ ਮਸ਼ਹੂਰ ਹੁੰਦਾ ਸੀ ਚੂੜੀਆਂ ਵਾਸਤੇ, ਕੱਚ ਦੀਆਂ ਚੂੜੀਆਂ। ਤੇ ਆਮ ਤੌਰ ਤੇ ਚੂੜੀ ਵਾਲੇ ਜਿਹੜੇ ਬੜੀ ਉੱਥੇ ਉਹ ਆਵਾਜ਼ ਦਿੰਦੇ ਹੁੰਦੇ ਹਨ ਕਿ ਚੂੜੀਆਂ ਚੂੜੀਆਂ ਚੂੜੀਆਂ। ਔਰ ਇਹ ਸਾਰਾ ਦੱਸਿਆ ਹੀ, ਜਿਵੇਂ ਮੈਂ ਤੁਹਾਨੂੰ, ਕਿ ਜ਼ੁਬਾਨ ਬਦਲਦੀ ਹੈ ਬਹੁਤ ਤੇਜ਼ੀ ਨਾਲ। ਹਰ 30 40 50 ਮੀਲ ਤੋਂ ਬਾਅਦ ਜਿਹੜਾ ਉਹ ਜ਼ੁਬਾਨ ਬਦਲਦੀ। ਤੇ ਹੁਣ ਜਿੱਥੇ ਮੈਂ ਪਹੁੰਚ ਚੁੱਕਾ ਸਾਂ, ਇਹ ਸਿੰਧੀ ਇਲਾਕਾ ਸਾਰਾ। ਇਹ ਸਿੰਧੀ ਇਲਾਕਾ ਮਿਲਦੀ ਜੁਲਦੀ ਜ਼ੁਬਾਨ ਹੈ ਪੰਜਾਬੀ ਨਾਲ ਵੀ ਤੇ ਸਰਾਇਕੀ ਨਾਲ ਵੀ, ਲੇਕਿਨ ਜ਼ਾਹਿਰ ਹੈ ਉਹਨਾਂ ਦੀ ਇੱਕ ਆਪਣੀ ਜ਼ੁਬਾਨ ਹੈ, ਉਹਨਾਂ ਦਾ ਇੱਕ ਆਪਣੀ ਸਕਾਫਤ ਹੈ, ਉਹਨਾਂ ਦਾ ਇੱਕ ਆਪਣਾ ਜਿਹੜਾ ਡਰੈਸ ਹੁੰਦਾ ਹੈ, ਕੋਈ ਉਹਨਾਂ ਦਾ ਰਹਿਣ ਸਹਿਣ ਦਾ ਜਿਹੜਾ ਸਟਾਈਲ ਹੈ, ਉਹ ਆਪਣਾ ਸਟਾਈਲ ਹੁੰਦਾ ਉਹਨਾਂ ਦਾ। ਲੇਕਿਨ ਬੜੇ ਪਿਆਰੇ ਲੋਕ, ਬੜੇ ਮਿੱਠੇ ਲੋਕ, ਬੜੀ ਮੁਹੱਬਤ ਨਾਲ ਚਾਹਤ ਨਾਲ ਮਿਲ ਜਾਣੇ ਲੋਕ, ਜਿਹੜੇ ਸਿੰਧ ਦੇ ਵੀ ਲੋਕ ਨੇ। ਅੱਗੋਂ ਹੁਣ ਪਹਿਲਾਂ ਦੋ ਦਰਿਆ ਮੈਂ ਤੁਹਾਨੂੰ ਅੱਗੇ ਦੱਸੇ ਨੇ, ਕਿ ਦਰਿਆਏ ਰਾਵੀ ਗੋਜਰੇ ਤੋਂ ਬਾਅਦ ਜਿਹੜਾ ਸ਼ੋਰਕੋਟ ਤੋਂ ਬਾਅਦ ਆਇਆ, ਫਿਰ ਉਸ ਤੋਂ ਬਾਅਦ ਦਰਿਆਏ ਸਤਲੁਜ ਆਇਆ ਜਿਹੜਾ ਕਿ ਲੋਧਰਾ ਤੋਂ ਬਾਅਦ ਬਹਾਵਲਪੁਰ ਤੋਂ ਪਹਿਲੋਂ ਆਇਆ। ਫਿਰ ਰੋਹੜੀ ਤੋਂ ਬਾਅਦ ਜਿਹੜਾ ਦਰਿਆਏ ਸਿੰਧ ਤੁਸੀਂ ਵੇਖਿਆ ਦੂਰੋਂ ਨਜ਼ਰ ਆਉਂਦਾ ਬੈਰਾਜ, ਉਹਦੇ ਉੱਤੋਂ ਦੀ ਤਾਂ ਨਹੀਂ ਲੰਘੇ, ਲੇਕਿਨ ਉਹ ਬੈਰਾਜ ਨਜ਼ਰ ਆਉਂਦਾ ਉਸ ਜਗ੍ਹਾ ਤੋਂ, ਜਿਹੜਾ ਰੋਹੜੀ ਵਾਲਾ ਜਿਹੜਾ ਹੈਗਾ। ਇਹ ਹੁਣ ਉਸੇ ਦਰਿਆ ਤੋਂ ਜਿਹੜਾ ਰੋਹੜੀ ਦੇ ਲਾਗੇ ਜੇ ਤੇ ਬੈਰਾਜ ਬਣਿਆ ਹੈ ਨਾ,
ਉਹਨੂੰ ਗਾਲਬਨ ਗੁਲਾਮ ਅਹਿਮਦ ਬੈਰਾਜ ਕਹਿੰਦੇ ਨੇ, ਉਹ ਜਿਹੜਾ ਰੋਹੜੀ ਦੇ ਲਾਗੇ ਹੈ। ਉਹ ਜਿਸ ਵੇਲੇ ਅੱਗੇ ਅਸੀਂ ਹੈਦਰਾਬਾਦ ਕ੍ਰਾਸ ਕਰੀਦਾ ਤੇ ਫਿਰ ਹੈਦਰਾਬਾਦ ਤੇ ਕੋਟੜੀ ਜੰਕਸ਼ਨ ਦੇ ਦਰਮਿਆਨ ਇੱਕ ਦਰਿਆ ਸਿੰਧ ਜਿਹੜਾ ਗੁਜ਼ਰਦਾ ਹੈ, ਔਰ ਉਹ ਆਖਰੀ ਗੁਜ਼ਰਗਾ ਹੈ। ਉਸ ਤੋਂ ਬਾਅਦ ਇਹ ਦਰਿਆ ਜਿਹੜਾ ਸਮੁੰਦਰ ਵਿੱਚ ਚਲਾ ਜਾਂਦਾ ਹੈ। ਇਹ ਪਿੱਛੋਂ ਜੋ ਕੁਝ ਇਹਦੇ ਚ ਪਾਣੀ ਇਸਤੇਮਾਲ ਚ ਆਇਆ ਨਾ ਆਇਆ, ਕੋਈ ਫਲੱਡਿੰਗ ਹੋਈ ਤੇ ਸਾਰਾ ਪਾਣੀ ਜਿਹੜਾ ਬਚਦਾ ਹੈ ਨਾ, ਫਿਰ ਇਹ ਸਾਰਾ ਜਿਹੜਾ ਦਰਿਆਏ ਜਿਹੜਾ ਸਮੁੰਦਰ ਹੈ ਉਹਦੇ ਵਿੱਚ ਡਿੱਗ ਪੈਂਦਾ ਜਾ ਕੇ। ਹੁਣ ਕੋਟਰੀ ਜੰਕਸ਼ਨ ਤੋਂ ਬਾਅਦ ਅੱਗੇ ਕਰਾਚੀ ਚ ਤਕਰੀਬਨ 2 ਘੰਟੇ ਦਾ ਜਿਹੜਾ ਉਹ ਰਸਤਾ ਟ੍ਰੇਨ ਦਾ ਹੁੰਦਾ ਸੀ, ਔਰ ਉਸ 2 ਘੰਟੇ ਚ ਕਈ ਛੋਟੇ ਮੋਟੇ ਸਟੇਸ਼ਨ ਜਿਹੜੇ ਨੇ ਆਉਂਦੇ ਹੁੰਦੇ ਸਨ। ਤੇ ਉਹਦੇ ਨਾਲ ਹੀ ਬੜੀ ਐਕਸਾਈਟਮੈਂਟ ਬੰਦੇ ਦੀ, ਖਾਸ ਤੌਰ ਤੇ ਮੇਰੀ ਬੜੀ ਵਧੀ ਕਿ ਹੁਣ ਜੀ ਕਰਾਚੀ ਨੇੜੇ ਆ ਗਿਆ। ਔਰ ਕਰਾਚੀ ਨੇੜੇ, ਇੱਕ ਤੇ ਕਰਾਚੀ ਆਉਣ ਦਾ ਚਾਅ ਸੀ, ਇਸ ਵਾਸਤੇ ਕਿ ਜਿਹੜਾ ਵਿਛੜਨ ਦਾ ਚਾਹ ਵਿਛੜਨ ਦਾ ਜਿਹੜਾ ਗਮ ਸੀ ਨਾ ਮਾਂ ਪਿਓ ਕੋਲ, ਉਹ ਉਦੋਂ ਇੰਨਾ ਹਾਵੀ ਨਹੀਂ ਸੀ। ਉਦੋਂ ਇਹ ਸ਼ੌਕ ਸੀ ਕਿ ਮੈਂ ਨਵੇਂ ਥਾਂ ਤੇ ਚੱਲਿਆ, ਜਿਵੇਂ ਇੱਕ ਬੱਚਿਆਂ ਦਾ ਸ਼ੌਕ ਹੁੰਦਾ ਪ੍ਰਾਹੁਣਾ ਚੱਲਿਆ। ਲੇਕਿਨ ਉਹ ਫਿਰ ਆਹਿਸਤਾ ਆਹਿਸਤਾ ਜਿਹੜੀ ਹੈ ਨਾ ਜਿਹੜੀ ਉਹ ਵਿਛੋੜੇ ਦਾ ਗਮ ਹੈ, ਤਕਲੀਫ ਹੈ, ਉਹਦਾ ਹਜ਼ਾਰ ਫਿਰ ਆਉਂਦੀਆਂ ਕਿਸ਼ਤਾਂ ਵਿੱਚ ਮੈਂ ਕਰਦਾ ਰਹਾਂਗਾ ਕਿ ਉਹ ਸੌਖਾ ਕੰਮ ਨਹੀਂ ਹੁੰਦਾ, ਬੜਾ ਔਖਾ ਕੰਮ ਹੁੰਦਾ ਉਸ ਉਮਰ 'ਚ ਬਾਹਰ ਨਿਕਲਣਾ। ਪਹਿਲਾ ਸਟੇਸ਼ਨ ਆ ਗਿਆ ਜੀ ਲਾਂਡੀ। ਲਾਂਡੀ, ਮਲੀਰ ਕੈਂਟ, ਮਲੀਰ ਸਿਟੀ ਤੇ ਇਸੇ ਤਰ੍ਹਾਂ ਫਿਰ ਡਰਿਗ ਰੋਡ, ਡਰਿਗ ਕਲੋਨੀ। ਅਲਟੀਮੇਟਲੀ ਮੇਰੀ ਮੰਜ਼ਿਲ ਜਿਹੜੀ ਹੈ ਨਾ ਕਰਾਚੀ ਕੈਂਟ। ਉਹ ਕਰਾਚੀ ਕੈਂਟ ਜਿਹੜੇ ਤੇ ਮੈਂ ਆ ਗਿਆ। ਤੇ ਕਰਾਚੀ ਕੈਂਟ ਤੋਂ ਪਹਿਲਾਂ ਇੱਕ ਚੀਜ਼ ਮੈਂ ਦੱਸਣਾ ਭੁੱਲ ਗਿਆ ਕਿ ਰਾਹ ਦੇ ਵਿੱਚ ਟੀਟੀ ਹੁੰਦੇ ਸਨ, ਜਿਹੜੇ ਟਿਕਟਾਂ ਚੈੱਕ ਕਰਦੇ ਹੁੰਦੇ ਸਨ। ਉਹਨਾਂ ਨੇ ਆ ਕੇ ਟਿਕਟਾਂ ਚੈੱਕ ਕਰਨੀਆਂ, ਆ ਕੇ ਚੈੱਕ ਕਰਕੇ ਤੇ ਵੇਖਣਾ ਵੀ ਟਿਕਟ ਹੈ ਕਿ ਨਹੀਂ ਹੈ। ਇੱਕ ਬਹੁਤ ਅਹਿਮ ਸ਼ੈ ਹੁੰਦੀ ਸੀ ਕਿ ਜਿਹੜੀ ਅੰਦਰ ਪਾਸ ਡੱਬਿਆਂ ਦੇ ਵਿੱਚ ਨਾ ਬੋਗੀਆਂ ਦੇ ਲਿਖਿਆ ਹੁੰਦਾ ਸੀ, ਜ਼ੰਜੀਰ ਜੀ ਲੱਗੀ ਹੁੰਦੀ ਸੀ ਕਿ ਬਗੈਰ ਮਤਲਬ ਅਗਰ ਕੋਈ ਐਮਰਜੈਂਸੀ ਹੋਵੇ ਤੇ ਉਹਨੂੰ ਖਿੱਚੋ, ਔਰ ਅਗਰ ਤੁਸੀਂ ਬੇਮਕਸਦ ਖਿੱਚੀ ਤੇ ਤੁਹਾਨੂੰ ਉਹਦਾ ਜੁਰਮਾਨਾ ਹੋਏਗਾ। ਉਹ ਜ਼ੰਜੀਰ ਦਾ ਹੁੰਦਾ ਸੀ ਕਿ ਉਹ ਜੇ ਖੁਦਾ ਨਖਾਸਤਾ ਕੋਈ ਮਸਲਾ ਹੋਣਾ, ਬਿਮਾਰੀ ਹੋਣੀ ਜਾਂ ਕੋਈ, ਤੇ ਫੌਰੀ ਤੌਰ ਤੇ ਜ਼ੰਜੀਰ ਖਿੱਚੀ ਜਾਣੀ। ਉਹ ਅੱਜ ਵੀ ਮੇਰਾ ਖਿਆਲ ਜ਼ੰਜੀਰਾਂ ਹੋਣੀਆਂ ਨੇ। ਹੁਣ ਤੇ ਬੜੀ ਦੇਰ ਹੋਈ ਹੈ ਟ੍ਰੇਨ ਦਾ ਸਫ਼ਰ ਕੀਤੇ ਆ। ਉਹ ਜ਼ੰਜੀਰ ਖਿੱਚਣੀ ਤੇ ਜਿਹੜੀ ਟ੍ਰੇਨ ਹੈ ਨਾ ਇਹ ਰੁਕ ਜਾਂਦੀ ਹੁੰਦੀ ਸੀ। ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਫਲਾਣੇ ਡੱਬੇ ਦੇ ਵਿੱਚੋਂ ਜ਼ੰਜੀਰ ਕਿਸੇ ਨੇ ਖਿੱਚੀ, ਤੇ ਉਸੇ ਵੇਲੇ ਪੁਲਿਸ ਜਿਹੜੀ ਰੇਲਵੇ ਦੀ ਹੈ ਉਹ ਚੂੰਕਿ ਨਾਲ ਇੱਕ ਡੱਬੇ 'ਚ ਹੁੰਦੀ ਸੀ, ਤੇ ਉਹ ਪਹੁੰਚ ਜਾਂਦੀ ਸੀ, ਹਾਂਜੀ ਕੀ ਮਸਲਾ, ਕੀ ਪ੍ਰੋਬਲਮ ਹੈਗਾ ਤੁਹਾਡਾ। ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਸਿਰਫ ਐਕਸਪੋਜ਼ਰ ਵੇਖਣ ਨਾਲ ਤੇ ਸਫ਼ਰ ਕਰਨ ਨਾਲ ਲੱਭਦਾ ਹੈ। ਸਾਡੇ ਚੋਂ ਐਸੇ ਵੀ ਹੋਣ, ਐਸੇ ਬੱਚੇ ਸਾਡੇ ਮੌਜੂਦ ਹੋਣਗੇ ਜਿਹੜੇ ਕਿ ਨਸਲ ਦਰ ਨਸਲ ਉਹਨਾਂ ਨੂੰ ਜੇ ਹੋਸ਼ ਉਹਨਾਂ ਅੱਖ ਪੁੱਟੀ ਹੈ ਤੇ ਉਹਨਾਂ ਨੂੰ ਕੋਈ ਨਾ ਕੋਈ ਸਵਾਰੀ ਘਰੋਂ ਲੱਭ ਗਈ ਹੈ। ਯਾਨੀ ਕਾਰ ਲੱਭ ਗਈ, ਮੋਟਰਸਾਈਕਲ ਲੱਭ ਗਿਆ, ਇਸੇ ਤਰ੍ਹਾਂ ਕੋਈ ਹੋਰ ਸਵਾਰੀ ਲੱਭ ਗਈ। ਇੱਥੋਂ ਤੱਕ ਕਿ ਉਹਨਾਂ ਨੂੰ ਕਦੀ ਟ੍ਰੇਨ ਦਾ ਸਫ਼ਰ ਕਰਨਾ ਨਸੀਬ ਹੀ ਨਹੀਂ ਹੋਇਆ। ਇਸੇ ਤਰ੍ਹਾਂ ਜਿਹੜੀ ਪਬਲਿਕ ਸਵਾਰੀ ਹੈਗੀ ਹੈ, ਅਵਾਮੀ ਸਵਾਰੀ ਹੈ, ਬੱਸ ਹੈ, ਉਹਦੇ ਤੇ ਬਹਿਣਾ ਨਸੀਬ ਹੀ ਨਹੀਂ ਹੋਇਆ। ਜਾਂ ਅੱਜ ਕੱਲ੍ਹ ਜਿਹੜੀਆਂ ਬੜੀਆਂ ਕੋਚਿਸ ਵਗੈਰਾ ਆਉਂਦੀਆਂ ਨੇ, ਜਿਵੇਂ ਡਾਇਵੋ ਕੋਚ ਹੈ, ਉਹਨਾਂ ਤੇ ਵੀ ਉਹ ਨਹੀਂ ਬਹਿੰਦੇ। ਇਹ ਉਹਨਾਂ ਨੂੰ ਬਹਾਣਾ ਬੜਾ ਜ਼ਰੂਰੀ ਹੈ, ਉਹਨਾਂ ਨੂੰ ਟ੍ਰੇਨ ਦਾ ਸਫ਼ਰ ਕਰਾਉਣਾ ਬੜਾ ਜ਼ਰੂਰੀ ਹੈ। ਉਹਦੀ ਵਜ੍ਹਾ ਹੈ ਕਿ ਜਿੰਨੀ ਦੇਰ ਉਹ ਆਪਣੀ ਗੱਡੀ ਛੱਡ ਕੇ ਕਿਸੇ ਅਵਾਮੀ ਪਬਲਿਕ ਸਵਾਰੀ ਤੇ ਨਹੀਂ ਬਹਿਣਗੇ ਨਾ, ਆਮ ਲੋਕਾਂ 'ਚ ਰਲਣਗੇ ਨਹੀਂ, ਮਿਲਣਗੇ ਨਹੀਂ, ਉਹਨਾਂ ਦਾ ਐਕਸਪੋਜ਼ਰ ਨਹੀਂ ਹੋਏਗਾ, ਉਹਨਾਂ ਦੀ ਅਡੈਪਟੇਬਿਲਿਟੀ ਨਹੀਂ ਹੋ ਸਕੇਗੀ। ਉਹ ਜਿੰਨੀ ਦੇਰ ਮੁਖਤਲਿਫ ਕਿਸਮ ਦੇ ਲੋਕਾਂ ਨੂੰ ਮਿਲਣਗੇ ਨਾ, ਉਹਨਾਂ ਦੀ ਮੁਖਤਲਿਫ ਕਿਸਮ ਦੇ ਲੋਕ ਜਿਹੜੇ ਬੋਲਦੇ ਅਲੱਗ ਨੇ, ਜਿਨ੍ਹਾਂ ਦਾ ਰਹਿਣ ਸਹਿਣ ਦਾ ਸਟਾਈਲ ਅਲੱਗ ਹੈ, ਜਿਹੜੇ ਮੁਆਸ਼ੀ ਤੌਰ ਤੇ ਕਮਜ਼ੋਰ ਨੇ, ਉਹਨਾਂ ਦੇ ਨਾਲ ਉਹ ਸਫ਼ਰ ਟ੍ਰੇਨ 'ਚ ਹੀ ਕਰ ਸਕਦੇ ਨੇ, ਅਵਾਮੀ ਸਵਾਰੀ 'ਚ ਜਾਂ ਬੱਸ 'ਚ ਕਰ ਸਕਦੇ ਨੇ। ਅਗਰ ਉਹ ਇਸ ਤਰ੍ਹਾਂ ਸਫ਼ਰ ਕਰਨਗੇ ਤਾਂ ਉਹ ਬਿਹਤਰ ਹੋਣਗੇ। ਇੱਥੋਂ ਤੱਕ ਵੀ ਬੱਚੇ ਮੌਜੂਦ ਹੈ ਨੇ, ਮੈਨੂੰ ਪਤਾ ਹੈ ਕਿ ਜਿਨ੍ਹਾਂ ਦੇ ਘਰ 'ਚ ਗੱਡੀਆਂ ਨੇ ਉਹਨਾਂ ਕਦੀ ਰਕਸ਼ੇ ਦੀ ਸਵਾਰੀ ਵੀ ਨਹੀਂ ਕੀਤੀ। ਜਿਹੜੀ ਕਿ ਇਹ ਆਮ ਅਵਾਮੀ ਸਵਾਰੀ ਹੈ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਨਾ, ਤੇ ਕਦੀ ਟ੍ਰੇਨ ਤੇ, ਕਦੀ ਬੱਸ ਤੇ, ਕਦੀ ਜਿਹੜਾ ਰਕਸ਼ੇ ਤੇ, ਇਹਨਾਂ ਤੇ ਸਵਾਰੀ ਕਰਾਇਆ ਕਰੋ। ਇਹ ਸਵਾਰੀ ਕਰਨ ਆਪਣੀ ਸਰਪ੍ਰਸਤੀ 'ਚ ਕਰਾ ਲਈ, ਫਿਰਿਆ ਟੁਰਿਆ ਬੰਦਾ। ਔਰ ਉਹਦਾ ਫਾਇਦਾ ਹੁੰਦਾ ਕਿ ਜਿੰਨਾ ਬੰਦੇ ਦੀ ਇਹ ਇਹੋ ਜਿਹੇ ਟਰੈਵਲ ਜ਼ਿਆਦਾ ਕਰੇਗਾ, ਉਹਦਾ ਐਕਸਪੋਜ਼ਰ ਜ਼ਿਆਦਾ ਹੋਏਗਾ। ਔਰ ਜਿੰਨਾ ਐਕਸਪੋਜ਼ਰ ਜ਼ਿਆਦਾ ਹੋਏਗਾ, ਉਹਦੀ ਜਿਹੜੀ ਮੈਂਟਲ ਫੈਕਲਟੀਜ਼ ਨੇ ਉਹ ਜ਼ਿਆਦਾ ਖੁੱਲ੍ਹ ਕੇ ਸਾਹਮਣੇ ਆਉਣਗੀਆਂ। ਸਾਡੇ ਬਹੁਤ ਬੜਾ ਇਸ਼ੂ ਹੈ, ਤੁਸੀਂ ਵੇਖਿਆ ਹੋਣਾ ਕਿ ਜਦੋਂ ਮੈਂ ਮੈਂਟਲ ਫੈਕਲਟੀਜ਼ ਦੀ ਮੈਂ ਗੱਲ ਕਰ ਰਿਹਾ ਤੇ ਇਹਦਾ ਮਤਲਬ ਇਹ ਹੈ ਕਿ ਸਾਡਾ ਜਿਹੜਾ ਮਜ਼ਹਬੀ ਇਮਾਮ ਨੇ ਸਾਡੇ, ਉਹ ਮਜ਼ਹਬੀ ਇਮਾਮ ਜਿਹੜੇ ਨੇ ਉਹ ਇੱਕ ਹੀ ਮਸਲਾ, ਮਿਸਾਲ ਦੇ ਤੌਰ ਤੇ ਅਗਰ ਕੋਈ ਉਹਨਾਂ ਨੂੰ ਜਿਹੜੇ ਮਦਰਸੇ 'ਚ ਉਹਨਾਂ ਪੜ੍ਹਿਆ ਕਿ ਜੀ ਹਿੰਦੂ ਜਾਂ ਸਿੱਖ ਜਾਂ ਫਲਾਣਾ ਈਸਾਈ ਜਾਂ ਇਹੋ ਜਿਹੇ ਹੁੰਦੇ ਨੇ,
ਉਹ ਉਹਨਾਂ ਦੇ ਬਾਰੇ ਚ ਉਹਨਾਂ ਦੇ ਕੋਈ ਜਜ਼ਬਾਤ ਏਡੇ ਮੁਹੱਬਤ ਵਾਲੇ ਪਿਆਰ ਵਾਲੇ ਨਹੀਂ ਹੁੰਦੇ। ਇੰਜ ਲੱਗਦਾ ਜਿਵੇਂ ਸ਼ੁਰੂ ਤੋਂ ਉਹਨਾਂ ਨੂੰ ਦੱਸਿਆ ਗਿਆ ਕਿ ਸਿਰਫ ਦੀਨ ਇਸਲਾਮ ਹੀ ਹੈ, ਔਰ ਇਹ ਦੀਨ ਇਸਲਾਮ ਹੀ ਜਿਹੜਾ ਇਹਨੂੰ ਲੈ ਕੇ ਚੱਲਣਾ, ਤੇ ਇਹਦੇ ਬਾਰੇ ਕੋਈ ਗੱਲ ਬਰਦਾਸ਼ਤ ਨਹੀਂ ਕਰਨੀ, ਦੂਸਰੇ ਤੇ ਲਾਗੋਂ ਦੀ ਵੀ ਨਹੀਂ ਲੰਘਣਾ। ਔਰ ਉਹਦੇ ਨਾਲ ਉਹ ਸਾਡੇ ਜਿਹੜੇ ਇਮਾਮ ਸਾਹਿਬਾਨ ਨੇ ਜਾਂ ਜਿਹੜੇ ਮੌਲਵੀ ਸਾਹਿਬਾਨ ਨੇ, ਉਹ ਇੱਕ ਘੁਟਨ ਦਾ ਸ਼ਿਕਾਰ ਹੁੰਦੇ ਨੇ। ਬੜੇ ਬੜੇ ਉਲਮਾਏ ਇਕਰਾਮ ਨੇ, ਤੁਸੀਂ ਲਾਗੇ ਬਹਿ ਕੇ ਵੇਖ ਲਓ, ਕਿੰਨੇ ਕੁ ਲੋਕ ਨੇ ਜਿਨ੍ਹਾਂ ਯੂਰਪ ਦਾ ਜਾਂ ਜਿਨ੍ਹਾਂ ਨੇ ਵੈਸਟ ਅਮਰੀਕਾ ਜਾਂ ਨਾਰਥ ਅਮਰੀਕਾ ਦਾ ਸਫ਼ਰ ਕੀਤਾ ਹੈ, ਕਿੰਨੇ ਨੇ ਜਿਨ੍ਹਾਂ ਨੇ ਇੰਡੀਆ ਦਾ ਸਫ਼ਰ ਕੀਤਾ ਹੈ, ਕਿੰਨੇ ਨੇ ਜਿਹੜੇ ਕੋਈ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਕਿਸੇ ਗੁਰਦੁਆਰੇ ਦੇ ਨੇੜੇ ਤੇੜੇ ਰਹਿ ਕੇ ਉਹਨਾਂ ਵੇਖਿਆ ਗੁਰਦੁਆਰਾ ਕੀ ਹੈ ਜਾਂ ਮੰਦਿਰ ਕੀ ਹੈ, ਜਾਂ ਜਿਹੜੀ ਇਹ ਇੱਕ ਚਰਚ ਜਿਹੜਾ ਇਹਦੇ ਚ ਈਸਾਈ ਕੀ ਕਰਦੇ ਨੇ। ਜਿੰਨੀ ਦੇਰ ਸਾਡੇ ਇਮਾਮੈਨ ਨੂੰ, ਸਾਨੂੰ ਇੱਕ ਕੰਪੈਰੀਟਿਵ ਰਿਲੀਜਨ ਦਾ ਪਤਾ ਨਹੀਂ ਲੱਗੇਗਾ, ਇਹ ਟਰੈਵਲ ਨਹੀਂ ਕਰਨਗੇ, ਉਨੀ ਦੇਰ ਇਹ ਆਪਣੇ ਪ੍ਰੋਡਕਟ ਨੂੰ ਪ੍ਰੋਪਰਲੀ ਸੈਲ ਆਊਟ ਨਹੀਂ ਕਰ ਸਕਦੇ। ਇਹਨਾਂ ਸਾਰੇ ਵਾਸਤੇ ਜਿਵੇਂ ਬਾਕੀ PhDs ਕਰਦੇ ਨੇ ਲੋਕ, ਯੂਨੀਵਰਸਿਟੀਆਂ 'ਚ MSc ਕਰਦੇ ਨੇ, ਔਰ ਸਕਾਲਰਸ਼ਿਪ ਐਕਸਚੇਂਜ ਪ੍ਰੋਗਰਾਮਸ ਹੁੰਦੇ ਨੇ, ਇਹਨਾਂ ਮਦਰਸਿਆਂ ਦੇ ਜਿਹੜੇ ਸਾਡੇ ਤਾਲਿਬ ਇਲਮ ਨੇ ਔਰ ਜਿਹੜੇ ਉਸਾਤਜ਼ਾ ਨੇ ਉੱਥੇ, ਇਹਨਾਂ ਨੂੰ ਵੀ ਭੇਜਣਾ ਚਾਹੀਦਾ ਹੈ। ਸਿਰਫ ਉੱਥੇ ਨਹੀਂ ਵੀ ਜਿੱਥੇ ਮੁਸਲਮਾਨ ਮੁਲਕ ਹੋਣ, ਜਿਹੜੇ ਮੁਸਲਮਾਨ ਮੁਲਕਾਂ ਤੋਂ ਹਟ ਕੇ ਮੁਲਕ ਨੇ ਨਾ, ਜਿੱਥੇ ਈਸਾਈ ਵਸਦੇ ਨੇ, ਸਿੱਖ ਵਸਦੇ ਨੇ, ਹਿੰਦੂ ਵਸਦੇ ਨੇ, ਦੂਸਰੇ ਮਜ਼ਾਹਬ ਦੇ ਲੋਕ ਵਸਦੇ ਨੇ, ਇਹਨਾਂ ਨੂੰ ਉੱਥੇ ਘੱਲਣਾ ਚਾਹੀਦਾ ਹੈ, ਇੰਟਰੈਕਸ਼ਨ ਕਰਾਉਣਾ ਚਾਹੀਦਾ ਹੈ। ਔਰ ਖ਼ਾਸ ਤੌਰ ਤੇ ਉਹਨਾਂ ਨੂੰ ਜਿਹੜੇ ਇੱਥੇ ਸਾਡੇ ਮਸਜਿਦਾਂ ਦੇ ਇਮਾਮ ਨੇ, ਜਿਸ ਵੇਲੇ ਇਹ ਟ੍ਰੇਨ ਤੇ ਬਹਿ ਕੇ, ਜਹਾਜ਼ ਤੇ ਬਹਿ ਕੇ ਯੂਰਪ ਚਲੇ ਜਾਣਗੇ, ਜਾ ਕੇ ਉੱਥੇ ਮੰਦਰ, ਕਲੀਸਾ, ਚਰਚ ਵਗੈਰਾ ਜਾਂ ਗੁਰਦੁਆਰੇ ਵੇਖਣਗੇ ਨਾ, ਉੱਥੇ ਜਾ ਕੇ ਸਿੱਖਾਂ ਨੂੰ ਮਿਲਣਗੇ, ਹਿੰਦੂਆਂ ਨੂੰ ਮਿਲਣਗੇ, ਈਸਾਈਆਂ ਨੂੰ ਮਿਲਣਗੇ। ਇਹਨਾਂ ਦਾ ਜਿਹੜਾ ਬਚਪਨ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਦਿਮਾਗ 'ਚ ਭਰ ਛੜਿਆ ਨਾ ਸਾਡੇ ਹਰ ਮੁਸਲਮਾਨ 'ਚ, ਕਿ ਸ਼ਾਇਦ ਇਹਨਾਂ ਨਾਲ ਬਾਕੀ ਮੁਸਲਮਾਨਾਂ ਤੋਂ ਇਲਾਵਾ ਕਿਸੇ ਨਾਲ ਸਲਾਮ ਦੁਆ ਲੈਣਾ ਵੀ ਹਰਾਮ ਹੈ। ਇਹ ਡਿਫਾਲਟ ਸਾਡਾ ਪ੍ਰੋਬਲਮ ਜਿਹੜਾ ਇਹ ਹੈਗਾ। ਹਾਲਾਂਕਿ ਸਾਡੇ ਦੀਨ ਇਸਲਾਮ ਜਿਹੜਾ ਇਸ ਮੁਸਲਮਾਨਾਂ ਵਾਸਤੇ ਨਹੀਂ ਹੈਗਾ, ਮੁਸਲਮਾਨ ਇਹ ਇਨਸਾਨਾਂ ਵਾਸਤੇ ਆ, ਇਹ ਵਸੀਹ ਪੈਗਾਮ ਹੈ। ਸਾਡਾ ਕੰਮ ਤੇ ਅਸੀਂ ਮਿਲਾਂਗੇ ਹੀ ਨਾ ਸਿੱਖਾਂ ਨੂੰ, ਮਿਲਾਂਗੇ ਨਾ ਈਸਾਈਆਂ ਨੂੰ, ਮਿਲਾਂਗੇ ਨਾ ਹਿੰਦੂਆਂ ਨੂੰ, ਉਹਨਾਂ ਦੀਆਂ ਕਿਤਾਬਾਂ ਹੀ ਨਹੀਂ ਪੜ੍ਹਾਂਗੇ, ਤੇ ਅਸੀਂ ਕਿਵੇਂ ਉਹਨਾਂ ਨੂੰ ਆਪਣਾ ਪੈਗਾਮ ਦੱਸ ਸਕਾਂਗੇ ਕਿ ਭਈ ਤੁਹਾਡੇ ਪੈਗਾਮ ਵੀ ਠੀਕ ਹੈ, ਉਂਝ ਸਾਡਾ ਪੈਗਾਮ ਜਿਹੜਾ ਜਦੀਦ ਤਰੀਨ ਹੈ, ਔਰ ਤੁਹਾਡੇ ਵੀ ਅਸਲ ਜਿਹੜੇ ਪੈਗਾਮ ਨੇ ਇਹ ਹੀ ਸਨ। ਇਸ ਵਾਸਤੇ ਇਹਨਾਂ ਆਲੂਮ ਵਾਸਤੇ, ਆਪਣੀ ਜ਼ਿੰਦਗੀ ਬਿਹਤਰ ਗੁਜ਼ਾਰਨ ਵਾਸਤੇ, ਦੀਨ ਦੀ ਖਿਦਮਤ ਕਰਨ ਵਾਸਤੇ, ਬੱਚਿਆਂ ਦੀ ਪਰਵਰਿਸ਼ ਵਾਸਤੇ ਸਾਡਾ ਟਰੈਵਲ ਕਰਨਾ ਬਹੁਤ ਜ਼ਰੂਰੀ ਹੈ। ਜਿਹੜੇ ਅਫੋਰਡ ਕਰਦੇ ਨੇ, ਜਿਹੜਾ ਜਿੰਨਾ ਕਰ ਸਕਦੇ ਨੇ, ਥੋੜਾ ਕਰ ਲੈਣ, ਬਹੁਤਾ ਕਰ ਲੈਣ। ਤੁਸੀਂ ਅਗਰ ਇੱਕ ਬੱਚੇ ਨੂੰ, ਜਿਵੇਂ ਮੈਂ ਦੱਸਿਆ ਕਿ ਮੈਂ ਗੋਜਰੇ ਤੋਂ ਕਰਾਚੀ ਦਾ ਸਫ਼ਰ ਕਰਕੇ ਮੇਰੇ ਜ਼ਿਹਨ ਦੀ ਕਾਇਆ ਪਲਟ ਗਈ। ਓਹੋ, ਮੈਂ ਸਾਰੀ ਉਮਰ ਤੇ ਪਿੰਡ ਰਿਹਾ, ਮੈਨੂੰ ਤੇ ਪਤਾ ਹੀ ਨਹੀਂ ਸੀ ਵੀ ਰੇਲ ਕਿਹੋ ਜਿਹੀ ਹੁੰਦੀ ਹੈ। ਇਸੇ ਤਰ੍ਹਾਂ ਜਿਨ੍ਹਾਂ ਜਹਾਜ਼ ਨਹੀਂ ਵੇਖਿਆ, ਪਹਿਲੀ ਵਾਰੀ ਜਦੋਂ ਜਹਾਜ਼ ਦਾ ਸਫ਼ਰ ਮੈਂ ਕੀਤਾ ਜਾਂ ਲੋਕਾਂ ਨੇ ਕੀਤਾ, ਜਿਹੜੇ ਵੀ ਕਰਦੇ ਨੇ, ਜਹਾਜ਼ ਤੋਂ ਚੜ੍ਹਨ ਤੋਂ ਲੈ ਕੇ ਉਤਰਨ ਤੱਕ 1 ਘੰਟੇ ਦਾ ਜਿਹੜਾ ਸਫ਼ਰ ਹੈ ਨਾ, ਬੰਦੇ 'ਚ ਜ਼ਿਹਨੀ ਇਨਕਲਾਬ ਬਰਪਾ ਕਰ ਦਿੰਦਾ ਹੈ। ਤੇ ਜਿਨ੍ਹਾਂ ਨਹੀਂ ਟਰੈਵਲ ਕੀਤਾ ਹੁੰਦਾ, ਉਹ ਇਹਦੇ ਤੇ ਕੋਈ ਗੁਫ਼ਤਗੂ ਕਰ ਨਹੀਂ ਸਕਦੇ, ਇਸ ਵਾਸਤੇ ਉਹਨਾਂ ਦਾ ਐਕਸਪੋਜ਼ਰ ਨਹੀਂ। ਲਿਹਾਜ਼ਾ ਅੱਜ ਦੀ ਇਸ ਜਿਹੜਾ ਕਿਸ਼ਤ 12ਵੀਂ ਹੈ, ਇਹਦਾ ਇਖਤਤਾਮ ਮੈਂ ਇਸ ਚੀਜ਼ ਤੇ ਕਰਨਾ ਕਿ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਵੀ ਮੁਮਕਿਨ ਹੈ ਖੁਦ ਔਰ ਆਪਣੇ ਬੱਚਿਆਂ ਨੂੰ ਟਰੈਵਲ ਕਰਾਇਆ ਕਰੋ ਔਰ ਟਰੈਵਲ ਵੀ ਅਵਾਮੀ ਸਵਾਰੀ ਤੇ ਕਰਾਇਆ ਕਰੋ, ਜਿੱਥੇ ਬਾਕੀ ਵੀ ਹੋਣ। ਕੱਲੇ ਆਪਣੀ ਫੈਮਿਲੀ ਦੇ ਨਾਲ ਤੁਸੀਂ 24 ਘੰਟੇ ਰਹਿੰਦੇ ਹੋ, ਤੁਸੀਂ ਕਾਰ 'ਚ ਬਹਿੰਦੇ ਹੋ, 4 ਸਵਾਰੀਆਂ 5 ਸਵਾਰੀਆਂ ਲਾ ਕੇ ਟੁਰ ਪੈਂਦੇ ਹੋ, ਉਹ ਤਾਂ ਠੀਕ ਹੈ। ਲੇਕਿਨ ਤਜਰਬਾ ਅਗਰ ਹਾਸਲ ਕਰਨਾ ਤੇ ਤੁਸੀਂ ਅਵਾਮੀ ਸਵਾਰੀ, ਪਬਲਿਕ ਜਿਹੜੀ ਟਰਾਂਸਪੋਰਟ ਹੈ, ਇਹ ਤੇ ਸਫ਼ਰ ਕਰੋ। ਇਹ ਤੇ ਸਫ਼ਰ ਕਰੋਗੇ, ਫਿਰ ਕੋਸ਼ਿਸ਼ ਕਰੋ ਹੱਥੁਲ ਵਸਾ ਉਹਨਾਂ ਇਲਾਕਿਆਂ ਵਿੱਚ ਜਾਣ ਦੀ ਜਿੱਥੇ ਤੁਹਾਡੀ ਬੋਲੀ ਲੋਕ ਨਹੀਂ ਬੋਲਦੇ, ਜਿੱਥੇ ਤੁਹਾਡੇ ਦੀਨ ਸਿਰਫ ਦੀ ਜ਼ਰੂਰਤ ਨਹੀਂ, ਉੱਥੇ ਬਾਕੀ ਦੀਨਾਂ ਨੂੰ ਵੀ ਫਾਲੋ ਕੀਤਾ ਜਾਂਦਾ ਹੈ। ਔਰ ਇਹ ਖਾਸ ਤੌਰ ਤੇ ਜਿਹੜੇ ਸਾਡੇ ਮਜ਼ਹਬੀ ਪੇਸ਼ਵਾ ਨੇ, ਇਹ ਜਿਹੜੇ ਪੀਰ ਨੇ, ਸਾਡੇ ਬਜ਼ੁਰਗ ਨੇ, ਵੱਡੇ ਨੇ, ਇਮਾਮ ਨੇ, ਇਹਨਾਂ ਨੂੰ ਗਵਰਨਮੈਂਟ ਦੀ ਸਤ੍ਹਾ ਤੇ ਇਹਨਾਂ ਨੂੰ ਭੇਜਣਾ ਚਾਹੀਦਾ। ਇੰਡੀਆ ਭੇਜ ਦੇਣ, ਤੁਰਕੀ ਭੇਜ ਦੇਣ, ਅਮਰੀਕਾ ਭੇਜ ਦੇਣ, ਯੂਰਪ ਭੇਜ ਦੇਣ, 2-2 3-3 ਮਹੀਨੇ ਵਾਸਤੇ ਭੇਜ ਦੇਣ, ਤਾਂ ਕਿ ਉੱਥੇ ਜਾ ਕੇ ਇਹਨਾਂ ਨੂੰ ਅੰਦਾਜ਼ਾ ਹੋਵੇ ਕਿ ਜਿਹੜਾ ਦੀਨ ਇਸਲਾਮ ਅਸੀਂ ਜਿਹੜਾ ਪੈਗਾਮ ਦੇਣ ਡਏ ਆ, ਇਹ ਵਾਕਈ ਬੜਾ ਸੁਪਰ ਪੈਗਾਮ ਹੈ। ਔਰ ਇਹਨਾਂ ਨੂੰ ਸੁਪਰ ਦਾ ਉਦੋਂ ਕਨਵਿੰਸ ਹੋਣਗੇ, ਸਿਰਫ ਕਿਤਾਬਾਂ ਪੜ੍ਹ ਕੇ ਨਹੀਂ, ਜਿਸੇ ਅਮਲੀ ਤੌਰ ਤੇ ਵੇਖਣਗੇ ਕਿ ਫਲਾਂ ਲੋਕ ਇੱਥੇ ਨੇ, ਇਹ ਤੇ ਯਾਰ ਇਹਨਾਂ ਲੋਕਾਂ ਨੂੰ ਸਾਡਾ ਸੁਨਾਹ ਦੇਣਾ ਜਿਹੜਾ ਰਹਿੰਦਾ। ਲਓ ਜੀ,
ਅੱਜ ਦੀ ਕਿਸ਼ਤ ਇੱਥੇ ਹੀ ਮੁੱਕਦੀ ਤੇ ਅੱਗੋਂ ਮੈਂ ਹੁਣ ਕਰਾਚੀ ਕੈਂਟ, ਕਰਾਚੀ ਛਾਉਣੀ ਸਟੇਸ਼ਨ ਤੇ ਉਤਰਿਆ ਤੇ ਭਾਈਜਾਨ ਵੱਡੇ ਜਿਹੜੇ ਨੇ ਅਸਲਮ ਸਾਹਿਬ, ਔਰ ਉਸ ਤੋਂ ਛੋਟੇ ਸਨਾਉल्ला ਸਾਹਿਬ ਜਿਹੜੇ ਹੁਣ ਮਰਹੂਮ ਨੇ, ਫਿਰ ਜ਼ਕਾਉल्ला ਸਾਹਿਬ ਜਿਹੜੇ ਹੁਣ ਮਰਹੂਮ ਨੇ, ਉਹ ਤਿੰਨੇ ਭਰਾ ਮੈਨੂੰ ਲੈਣ ਆਏ ਸਨ 1969 ਦੇ ਵਿੱਚ। ਤੇ ਮੈਂ ਬਾਹਰ ਨਿਕਲ ਕੇ ਤੇ ਉਹਨਾਂ ਨੂੰ ਹੁਣ ਗੱਪਸ਼ਪ ਲਾਉਣ ਡੇ ਆ, ਗਲੇ ਮਿਲ ਰਿਹਾ ਉਹਨਾਂ ਨੂੰ। ਇਨਸ਼ਾਅੱਲਾ ਅਗਲੀ ਕਿਸ਼ਤ ਫਿਰ ਹੁਣ ਕਰਾਚੀ ਕੈਂਟ ਤੋਂ ਲੈ ਕੇ ਘਰ ਤੱਕ ਤੇ ਅੱਗੇ ਦਾ ਕਰਾਚੀ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਾਂਗੇ ਇਨਸ਼ਾਅੱਲਾ।